मैं बाबा जी ਨੂੰ ਬੇਨਤੀ ਕਰਦਾ ਕਿ ਉਹ ਕਿਰਪਾ ਕਰਕੇ ਸਟੇਜ ਤੇ ਆਉਣ, ਗੁਰੂ ਸ਼ਬਦ ਨਾਲ ਜੋੜਨ। ਤੇ ਆ ਇੱਕ ਵਾਰੀ ਆਖੋ ਸਾਰੇ, ਸੋ ਦੁੱਖ ਕੈਸਾ ਪਾਵੇ ਜੀ ਦਾ ਰਾਖਾ ਹੈ ਪਰਮਾਤਮਾ। ਸੋ ਦੁੱਖ कैसा पावे जी दा राखा है परमात्मा। सो दुख, हाँ गज के बोलो संतां दी आउण दी खुशी च। सो दुख कैसा पावे जी दा राखा है परमात्मा। सो दुख कैसा पावे जी दा राखा है परमात्मा। जिसके सिर ऊपर तू स्वामी, सो दुख कैसा पावे पर बोल न जाने। माया मद माता मरना चीत न आवे। मेरे राम राये तू संतां का संत तेरे। तेरे सेवक को भौ किछ नाही, जम नहीं आवे नेड़े। ये सवेर दे खंड पाठ साहब का हुक्म है, नवां सीगा हुक्मनामा, पवित्र बख्शिश कीता सी परिवार लई, सारे संसार लई। मैं बाबा जी नूं बेनती करदा कि वह अपनी कथा विचार जिहड़ी है आरंभ करन। मैं सरदार रेशम सिंह, बीबी जसवीर कौर, सरदार जसविंदर सिंह, बीबी मनजीत कौर, उन्हां दा भी धन्नवाद करदा जिहड़े कि महापुरुषां नूं लैके आए आ। वाहिगुरू जी का खालसा। भगत वत्सल कारण निधान, दीना बंधु पतत पावन। जगत गुरु नरंजनी जोत, धन धन साहिब श्री गुरु नानक देव जी महाराज। धन धन साहिब श्री गुरु गोबिंद सिंह साहिब जी महाराज। धन धन साहिब श्री गुरु ग्रंथ साहिब महाराज जी की अपार बख्शिश कृपालता का सदका आप सारिया संगतां हफ्तावारी दीवान की हाज़री भरते हुए बड़े उत्साह और प्यार द्वारा श्रीमान संत बाबा जोगिंदर सिंह डमेली वाले महापुरखों के उद्यम अते आप जी के सहयोग द्वारा श्री गुरु ग्रंथ साहिब महाराज जी की पावन बाणी के रखे पाठां के भोग पए हैं। कथा कीर्तन सुखमनी साहिब जी का पाठ होया। सुखमनी सुख अमृत प्रभ नाम, भगत जना कै मन विसराम। गुरु महाराज ने नितनेम दीयां बाणियां रचियां ते उन्हां दा नाल ही महात्म दस दिता, क्योंकि अज कलयुग का बड़ा प्रभाव है। झांकेबादी तर्क वितर्क बड़ी वधी हुई है। किसी नूं कहो भी तड़के उठ के इशनान करया कर, उठों भी कई तरह के कहते मन शुद्ध चाहिए। तड़के दे इशनान की किहड़ी गल है, अमृत वेले की किहड़ी गल है कि आपां प्रकृति का विरोध करते हैं। प्रकृति ने रात सौण लई बनाई है, दिन काम वास्ते बनाया। ये अमृत वेले की गल किधरों आ गई? ये नास्तिक लोगों दीयां गल्लां। पर गुरु महाराज का इतिहास पढ़ो, बाणी पढ़ो, सारे उत्तर मिलते हैं कि महाराज पैर रात निंदी आप उठते सन, शौचाचार क्रिया करके इशनान करके निजानंद विच लीन हुंदे सी।
ਫਿਰ ਦੀਵਾਨ ਵਿੱਚ ਆ ਕੇ ਸੁਖਮਨੀ ਸਾਹਿਬ ਦਾ, ਸ੍ਰੀ ਆਸਾ ਵਾਰ ਦਾ ਪਾਠ ਕੀਰਤਨ, ਫਿਰ ਗੁਰਬਾਣੀ ਦੀ ਅੰਮ੍ਰਿਤ ਵੇਲੇ ਕਥਾ ਆਪ ਆਪਣੇ ਮੁਖਾਰਬਿੰਦ ਤੋਂ ਜਾਂ ਜਿਨ੍ਹਾਂ ਗੁਰਮੁਖਾਂ ਨੂੰ ਹੁਕਮ ਹੁੰਦਾ ਸੀ ਉਹ ਸੰਗਤਾਂ ਨੂੰ ਸਰਵਣ ਕਰਾਇਆ ਕਰਦੇ ਸਨ। ਫਿਰ ਜਲ ਪਾਣੀ ਵਗੈਰਾ ਛਕਣਾ। ਇਸੇ ਤਰ੍ਹਾਂ ਫਿਰ ਇੱਕ ਸੇਵਕ ਗੁਰਪਾਸ, ਇੱਕ ਗੁਰਕਾਰੈ ਲਾਈਆ। ਇੱਕ ਤਾਂ ਜਿਹੜੇ ਗੁਰੂ ਦੇ ਹਜ਼ੂਰੀ ਸੇਵਕ ਆ ਉਹ ਜੋ ਸੇਵਾ ਗੁਰੂ ਘਰ 'ਚ ਮਹਾਰਾਜ ਨੇ ਹੁਕਮ ਕੀਤਾ ਕਰਦੇ ਸੀ। ਬਾਕੀ ਗ੍ਰਸਤੀ ਸਿੰਘ ਫਿਰ ਆਪਣੀ ਧਰਮ ਦੀ ਕਿਰਤ ਜਿਹੜਾ ਉਹ ਵੀ ਪ੍ਰਵਿਰਤ ਹੁੰਦੇ ਸਨ। ਫਿਰ ਪਿਛਲੇ ਪਹਿਰੇ ਦੇ ਦੀਵਾਨਾਂ ਵਿੱਚ ਗੁਰ ਇਤਿਹਾਸ ਦੀ ਕਥਾ, ਕੀਰਤਨ, ਸ਼ਾਮ ਦਾ ਨਿਤਨੇਮ, ਆਰਤੀ, ਸੋਹਲਾ, ਰਹਿ ਰਾਸ। ਪਾਠ ਤੋਂ ਬਾਅਦ ਫਿਰ ਜਿਵੇਂ ਗੁਰੂ ਮਹਾਰਾਜ ਦੇ ਸੋਖਾਸਨ ਬਿਰਾਜਮਾਨ ਦੀ ਸੇਵਾ, ਗੁਰੂ ਘਰ 'ਚ ਸੰਗਤ ਪੰਗਤ ਦੀ ਮਰਜ਼ਾਦਾ, ਹੋਰ ਵੀ ਬਹੁਤ ਸਾਰੇ ਵਚਨ ਹੈਗੇ ਆ। ਹੁਣ ਗੁਰਬਾਣੀ ਵਿੱਚ ਵੀ ਆਇਆ, ਸ਼ਾਹ ਲਾਗੇ ਉਠ ਨਾਮ ਜਪ, ਨਿਸ ਵਾਸਰ ਆਰਾਧ, ਕਾਰਾ ਤੁਏ ਨ ਵਿਆਪੇ, ਨਾਨਕ ਮਿਟੈ ਆਪਾਦ, ਚੀੜੀ ਚੌਕੀ ਪੋ ਫੂਟੀ ਬਗਨ ਬਹੁਤ ਰੰਗ। ਔਰ ਇਸ਼ਨਾਨ ਕਰੈ ਅੰਮ੍ਰਿਤ ਸਰ ਨਾਵੈ। ਇਸੇ ਤਰ੍ਹਾਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮੰਤਨ ਪੈ ਅਰੋਗਾ, ਅੰਮ੍ਰਿਤ ਵੇਲਾ ਸੱਚ ਨੂੰ ਵਡਿਆਈ ਵਿਚਾਰ। ਬਹੁਤ ਸਾਰੇ ਸ਼ਬਦ ਗੁਰਬਾਣੀ ਵਿੱਚ ਵੀ ਅੰਮ੍ਰਿਤ ਵੇਲੇ ਦੀ ਜੋ ਪਰੰਪਰਾ, ਇਸ ਨੂੰ ਕਾਇਮ ਰੱਖਣ ਵਾਸਤੇ ਆਚਾਰੇ ਹੋਏ ਹੈ। ਇਤਿਹਾਸ ਦੇ ਅੰਦਰ ਵੀ ਇਹ ਬਚਨ ਹੈਗੇ ਆ। ਭਾਈ ਗੁਰਦਾਸ ਸਾਹਿਬ ਦੀਆਂ 12 ਵਿੱਚ ਵੀ 12 ਪੂਰੀਆਂ ਦੀਆਂ ਪੂਰੀਆਂ ਲਿਖੀਆਂ ਹੋਈਆਂ ਪੌੜੀਆਂ। ਔਰ ਉਹ ਜਿਹੜਾ ਇਨਸਾਨ ਆਪਣੀ ਇੱਛਾ 'ਚ ਵਰਤਣਾ ਚਾਹੁੰਦਾ ਉਹ ਫਿਰ ਆਪਣੇ ਢੰਗ ਰੰਗ ਦੇ ਨਾਲ ਬਚਨ ਵਿਲਾਸ ਕਰਦਾ ਹੈ। ਇਸ਼ਨਾਨ 'ਤੇ ਵੀ ਤਰਕ, ਨਾਮ ਜਪਣ 'ਤੇ ਵੀ ਤਰਕ, ਕਥਾ ਕੀਰਤਨ ਰਹਿਤ ਮਰਜ਼ਾਦਾ, ਅੰਮ੍ਰਿਤ ਆਦਿਕਾਂ 'ਤੇ ਵੀ ਬਹੁਤ ਸਾਰਾ ਇਸ ਤਰ੍ਹਾਂ ਦਾ ਪੱਖ ਅੱਜ ਕੱਲ੍ਹ ਇਹ ਚਲਾ ਰਿਹਾ। ਅੱਜ ਤੋਂ ਕੁਝ ਸਾਲ ਪਹਿਲਾਂ ਅਜਿਹਾ ਨਹੀਂ ਸੀ। ਸ਼ਰਧਾ ਭਾਵਨੀ ਵਾਲੀ ਮਹਾਨ ਬਿਰਤੀ ਗੁਰਸਿੱਖਾਂ ਵਿੱਚ ਸੀ। ਹੁਣ ਕਹਿੰਦੇ ਨਿਊ ਲਾਈਟ ਦਾ ਯੁੱਗ ਹੈ, ਅਸੀਂ ਜ਼ਿਆਦਾ ਪੜ੍ਹ ਲਿਖ ਗਏ ਹਾਂ ਅਤੇ ਬਹੁਤ ਤਰ੍ਹਾਂ ਦੀ ਤਰਕ ਵਿਤਰਕ ਜਿਹੜੀ ਹੈ ਉਹ ਜਾਰੀ ਹੋ ਗਈ ਹੈ। ਸਾਰੇ ਵਿਦਵਾਨ ਪੜ੍ਹੇ ਲਿਖੇ ਨਹੀਂ। ਜਿਨ੍ਹਾਂ ਨੂੰ ਸਿਆਣੇ ਪੁਰਸ਼ਾਂ ਦੀ ਸੰਗਤ ਹੈ, ਗੁਰੂ ਮਹਾਰਾਜ ਦੇ ਭੈ ਵਿੱਚ ਆ, ਅਦਬ ਵਿੱਚ ਆ, ਉਹ ਕੋਈ ਵੀ ਬਚਨ ਗੁਰੂ ਮਹਾਰਾਜ ਦੀ ਮਰਜ਼ਾਦਾ ਤੋਂ ਉਲਟ ਨਹੀਂ ਬੋਲਦੇ। ਹੁਣ ਬਾਬਾ ਫਰੀਦ ਸਾਹਿਬ ਦਾ ਸੁਣ ਲਓ, ਪੜ੍ਹ ਲਓ। ਪਿਛਲ ਰਾਤ ਨਾ ਜਾਗਿਓ, ਜੀ ਬਦੜੋ ਮੋਇਓ। ਇੱਕ ਬਚਨ ਨਹੀਂ, ਬੇਅੰਤ ਹੈਗੇ ਆ। ਇਸ ਤਰ੍ਹਾਂ ਜਿਹੜੇ ਨਾਸਤਕ ਲੋਕ ਆ, ਇਹਨਾਂ ਦੀਆਂ ਗੱਲਾਂ ਸੁਣ ਕੇ ਜੋ ਗੁਰੂ ਮਹਾਰਾਜ ਦਾ ਬਚਨ ਆ, ਅਸੀਂ ਉਹਦੇ 'ਤੇ ਦ੍ਰਿੜਤਾ ਨਾਲ ਪਹਿਰਾ ਦੇਣਾ। ਇਸ ਤਰ੍ਹਾਂ ਦੇ ਕੱਚੇ ਵਚਨ ਸੁਣ ਕੇ ਨਿਸ਼ਰਦਕ ਹੋ ਕੇ ਗੁਰੂ ਮਹਾਰਾਜ ਨੇ ਜੋ ਮਰਜ਼ਾਦਾ ਬਣਾਈ ਹੈ ਇਹਦਾ ਤਿਆਗ ਨਹੀਂ ਕਰਨਾ। ਸੋ ਗੁਰੂ ਮਹਾਰਾਜ ਨੇ ਇਹ ਬੜੀ ਮਹਾਨ ਬਖਸ਼ਿਸ਼ ਕੀਤੀ ਹੈ ਕਿ ਕੀਰਤਨ ਵੀ ਹੋਇਆ, ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਹੋਇਆ।
ਅੰਤ ਵਿੱਚ ਜਿਹੜੀ ਪੌੜੀ ਸੰਪੂਰਨਤਾ 'ਤੇ ਹੈ, ਉਹਦੇ 'ਚ ਸਾਰਾ ਮਹਾਤਮ ਦੱਸਿਆ। ਜਿਸ ਮਨ ਬਸੈ ਸੁਨੈ ਲਾਇ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਨਮ ਮਰਨ ਤਾ ਕਾ ਦੂਖ ਨਿਵਾਰੈ, ਦੁਲਭ ਦੇਹ ਤਤਕਾਲ ਉਧਾਰੈ। ਸੁਖਮਨੀ ਸਾਹਿਬ ਦੀਆਂ ਬੇਅੰਤ ਮਿਸਾਲਾਂ ਹੈ। ਇਹਦੇ 'ਤੇ ਵਿਆਖਿਆ ਕਰੀਏ ਬੜਾ ਸਮਾਂ ਲੱਗ ਸਕਦਾ। ਇਹ ਬਾਣੀ ਦੇ ਬੜੇ ਪ੍ਰਤੱਖ ਕ੍ਰਿਸ਼ਮੇ ਹੈਗੇ ਆ। ਬਾਣੀ ਤਾਂ ਸਾਰੀ ਇੱਕ ਓਂਕਾਰ ਤੋਂ ਲੈ ਕੇ 18 ਦਸਵੀਸ ਤੱਕ ਸਾਰੀ ਸ਼੍ਰੀ ਮੁਖ ਵਾਕ ਆ, ਸਾਰੀ ਹੀ ਕਲਿਆਣਕਾਰੀ ਹੈ। ਕਈ ਵਾਰੀ ਸੁਣੀਦਾ ਅੱਜ ਹੁਕਮਨਾਮਾ ਬੜਾ ਕਰੜਾ ਆਇਆ, ਅੱਜ ਹੁਕਮਨਾਮਾ ਚੰਗਾ ਨਹੀਂ ਆਇਆ, ਅੱਜ ਹੁਕਮਨਾਮਾ ਬਹੁਤ ਵਧੀਆ ਸੀ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਦੋਂ ਸਾਰੀ ਬਾਣੀ ਸਤ ਸਰੂਪ ਆ, ਇਹ ਕਿੰਤੂ ਪ੍ਰੰਤੂ ਕਰਨੀ ਬਣਦੀ ਨਹੀਂ। ਹੁਣ ਮਿਸਰੀ ਦਾ ਕਿਹੜਾ ਹਿੱਸਾ ਕੌੜਾ ਆ, ਸਾਰੇ ਮਿੱਠੇ। ਘਿਓ ਵਿੱਚ ਕਿਹੜੇ ਕਣ ਵਿੱਚ ਧੰਦਿਆਈ ਨਹੀਂ, ਫੁੱਲ ਦੀ ਕਿਹੜੀ ਪੰਖੜੀ ਵਿੱਚ ਸੁਗੰਧੀ ਨਹੀਂ, ਸੂਰਜ ਦੀ ਕਿਹੜੀ ਕਿਰਨ ਆ ਜਿਹੜੀ ਪ੍ਰਕਾਸ਼ ਤੋਂ ਰਹਿਤ ਹੈ, ਗੁਰਬਾਣੀ ਵਿੱਚ ਕਿਹੜਾ ਅਕਸ਼ਰ ਆ ਜਿਹੜਾ ਮਹਾਰਾਜ ਦਾ ਸਰੂਪ ਨਹੀਂ। ਇਹ ਸਾਰੀ ਬਾਣੀ ਗਿਆਨ ਸਰੂਪ ਹੈ, ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ। ਅਸੀਂ ਆਪਣੀ ਬੁੱਧੀ ਦੇ ਪੈਮਾਨੇ ਲਾਉਣ ਲੱਗ ਜਾਂਦੇ ਹਾਂ। ਗੁਰਬਾਣੀ ਸਾਰੀ ਅਭੇਦ ਸਰੂਪ ਹੈ। ਇਸ ਕਰਕੇ ਕਦੇ ਵੀ ਇਹ ਨਹੀਂ ਕਹਿਣਾ ਅੱਜ ਹੁਕਮਨਾਮਾ ਕਰੜਾ ਆਇਆ, ਅੱਜ ਮਾੜਾ ਆਇਆ। ਜਿਹੜਾ ਗੁਰੂ ਦਾ ਹੁਕਮ ਆ ਉਹ ਤਾਂ ਸਾਡੀ ਕਲਿਆਣ ਵਾਸਤੇ ਹੈ। ਗੁਰੂ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਕਿ ਸੰਤ ਮਹਾਂਪੁਰਸ਼ਾਂ ਨੇ, ਸੰਗਤ ਨੇ ਰਲ ਮਿਲ ਕੇ ਉਦਮ ਕੀਤਾ। ਬਾਕੀ ਜਗ੍ਹਾ ਦੇ ਭਾਈ ਕੋ ਕਰਮ ਭਾਗ ਹੀ ਦੇ ਧਰਤੀ ਦੇ ਵੀ ਹੁੰਦੇ ਆ। ਪਹਿਲਾਂ ਵੀ ਇਹ ਜਗ੍ਹਾ ਇਹ ਧਰਮ ਸਥਾਨ ਦੇ ਰੂਪ 'ਚ ਸੀ, ਚਾਹੇ ਇਹ ਚਰਚ ਸੀ ਜਾਂ ਗਿਰਜਾ ਕਹਿ ਲਓ। ਤੇ ਹੁਣ ਤੁਸੀਂ ਮਹਾਰਾਜ ਪ੍ਰਕਾਸ਼ ਕਰ ਲਿਆ, ਜਿੱਥੇ ਗੁਰੂ ਆ ਜਾਏ ਉਹ ਫਿਰ ਬਣ ਜਾਂਦਾ ਗੁਰੂ ਦਾ ਦੁਆਰਾ। ਗੱਜ ਕੇ ਬੋਲੋ। ਜਿਹਦੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਬਚਨ ਆਇਆ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਅੱਗੇ ਈਸਾਈ ਮਤ ਦਾ ਇੱਥੇ ਪਤਾ ਨਹੀਂ ਕਿੰਨਾ ਲੰਮਾ ਸਮਾਂ ਪ੍ਰਚਾਰ ਸਿੱਖਿਆ ਉਹਨਾਂ ਲੋਕਾਂ ਨੂੰ ਮਿਲਦੀ ਰਹੀ। ਧਰਮ ਕੋਈ ਵੀ ਮਾੜਾ ਨਹੀਂ, ਮਹਾਂਪੁਰਖ ਕੋਈ ਨਿੰਦਣਯੋਗ ਨਹੀਂ, ਕਿਉਂਕਿ ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਵਿੱਚ ਕੋਈ ਵਿਤਕਰਾ ਨਹੀਂ ਹੁੰਦਾ, ਏਕਤਾ ਬੁੱਧੀ ਹੁੰਦੀ ਹੈ। ਜਿਵੇਂ ਉਹ ਮਹਾਂਪੁਰਖ ਸੀਗੇ, ਉੱਥੇ ਰਾਜਾ ਆਇਆ, ਭੰਡਾਰਾ ਕਰਾਇਆ, ਉਸ ਨੇ ਜਿਹੜੇ ਸਮਝਿਆ ਕਿ ਜ਼ਿਆਦਾ ਮਹਾਨ ਪੁਰਸ਼ ਆ ਉਹਨਾਂ ਨੂੰ ਸੋਨੇ ਦੇ ਭਾਂਡੇ ਵਰਤਾਏ, ਦੂਏ ਨੰਬਰ ਵਾਲਿਆਂ ਨੂੰ ਚਾਂਦੀ ਦੇ, ਤੀਏ ਨੰਬਰ ਵਾਲਿਆਂ ਨੂੰ ਤਾਂਬੇ ਦੇ। ਮਹਾਂਪੁਰਖ ਸੀਗੇ ਏਕਤਾ ਵਾਲੇ, ਉਹਨਾਂ ਦੀ ਦ੍ਰਿਸ਼ਟੀ ਸੀ ਸਭ ਘਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲਾ ਰੇ। ਕਹਿਣ ਲੱਗੇ ਰਾਜੇ ਨੇ ਕੀ ਕੀਤਾ, ਏਕਤਾ ਦੇ ਅਸਥਾਨ 'ਤੇ ਆ ਕੇ ਦਵੈਸ਼ ਖੜੀ ਕਰ ਦਿੱਤੀ। ਇੱਕ ਪੰਗਤ ਵਿੱਚ ਤਿੰਨ ਤਰ੍ਹਾਂ ਦਾ ਭੇਦ ਬਣਾ ਦਿੱਤਾ, ਇੱਕ ਉੱਤਮ ਬਣਾ ਦਿੱਤੇ, ਇੱਕ ਮੱਧਮ ਬਣਾ ਦਿੱਤੇ, ਇੱਕ ਕਨਿਸ਼ਟ ਬਣਾ ਦਿੱਤੇ,
ਇਸੇ ਢੰਗ ਨੇ ਭਾਂਡੇ ਵਰਤਾਏ ਨਾ। ਹੁਣ ਮਹਾਂਪੁਰਖ ਜਿਹੜੇ ਆ ਉਹ ਦਵੈਤ ਨੂੰ ਬਰਦਾਸ਼ਤ ਨਹੀਂ ਕਰਦੇ। ਅਦਵੈਤਵਾਦੀ ਜਿਹੜੇ ਏਕਤਾਵਾਦੀ ਹੈ, ਉਹਨਾਂ ਕੋਲ ਜਾਤੀ ਪਾਰਸ ਸੀ, ਉਹਨਾਂ ਨੇ ਚਾਂਦੀ ਨੂੰ ਛੁਆਇਆ, ਤਾਂਬੇ ਨੂੰ ਉਹ ਵੀ ਸੋਨੇ ਦੇ ਬਣਾਤੇ। ਇਹ ਸੰਗਤ ਵਿੱਚ ਪੰਗਤ ਵਿੱਚ ਦਵੈਸ਼ ਨਹੀਂ ਚਾਹੀਦੀ। ਰਾਜਾ ਕਹਿੰਦਾ ਮਹਾਰਾਜ ਇਹ ਕੌਤਕ, ਕਹਿੰਦੇ ਜਿਹੜੇ ਰਾਜਨੀਤਿਕ ਲੋਕ ਹੈ ਇਹਨਾਂ ਵਿੱਚ ਤਾਂ ਐਸਾ ਹੋਇਆ ਹੀ ਕਰਦਾ, ਪਰ ਇਹ ਹੈਗਾ ਮਹਾਂਪੁਰਖਾਂ ਦਾ ਸਥਾਨ, ਇੱਥੇ ਦਵੈਸ਼ ਨਹੀਂ ਚਾਹੀਦੀ, ਏਕਤਾ ਚਾਹੀਦੀ ਹੈ, ਅਨੇਕਤਾ ਨਹੀਂ। ਅਨੇਕਤਾ ਵਿੱਚ ਏਕਤਾ ਦੇਖਣੀ ਇਹ ਜ਼ਰੂਰੀ ਹੈ। ਸੋ ਇਸ ਵਾਸਤੇ ਧਰਮ ਕੋਈ ਵੀ ਹੈ, ਮਹਾਂਪੁਰਖ ਜਿਹੜੇ ਵੀ ਵਾਹਿਗੁਰੂ ਦੇ ਪਿਆਰੇ ਨਿਰੰਕਾਰ ਦੇ ਹੈ, ਉਹ ਕਿਸੇ ਵੀ ਮਤ ਮਤਾਂਤਰ ਨਾਲ ਸੰਬੰਧ ਰੱਖਦੇ ਹੈ, ਉਹਨਾਂ ਨਾਲ ਨਫ਼ਰਤ ਕਰਨਾ ਨਹੀਂ ਚਾਹੀਦੀ। ਧਰਮ ਸਥਾਨ ਸੀ ਤੇ ਧਰਮ ਸਥਾਨ ਦੇ ਰੂਪ 'ਚ ਰਹਿ ਗਿਆ। ਅੱਜ ਕੱਲ੍ਹ ਦੁਨੀਆ ਕੋਲ ਮਾਇਆ ਤੇ ਬਹੁਤ ਹੈ। ਜੇ ਤੁਸੀਂ ਉਦਮ ਨਾ ਕਰਦੇ, ਕਿਸੇ ਨੇ ਤਾਂ ਖਰੀਦਣਾ ਹੀ ਸੀ। ਹੋ ਸਕਦਾ ਕਿ ਉਹ ਇੱਥੇ ਆਪਣੇ ਢੰਗ ਨਾਲ ਕੀ ਬਣਾਉਂਦਾ ਕੀ ਬਣਦਾ, ਪਰ ਉਹ ਇਸ ਸਥਾਨ 'ਤੇ ਵੀ ਹੋ ਸਕਦਾ ਕਿ ਪਹਿਲਾਂ ਕੋਈ ਪਵਿੱਤਰ ਰੂਹਾਂ ਨੇ ਬੰਦਗੀ ਕੀਤੀ ਹੋਵੇ, ਉਹ ਜਗ੍ਹਾ ਫਿਰ ਉਸੇ ਢੰਗ ਦੇ ਨਾਲ ਧਰਮ ਸਥਾਨ ਦੇ ਰੂਪ 'ਚ ਰਹਿ ਗਈ ਹੈ। ਗੱਜ ਕੇ ਬੋਲੋ ਸਤਿਨਾਮ। ਕਿਉਂਕਿ ਜਿਹੋ ਹੀ ਨੇਚਰ ਦਾ ਬੰਦਾ ਆਏਗਾ ਉਹ ਤਾਂ ਫਿਰ ਉਹੋ ਜਿਹਾ ਵਰਤੇਗਾ ਨਾ। ਉਹ ਕਹਿੰਦੇ ਸ਼ਿਵ ਜੀ ਮਹਾਰਾਜ ਜਾ ਰਹੇ ਸੀ, ਇੱਕ ਜਗ੍ਹਾ ਥੜਾ ਬਣਾਇਆ, 4 ਪਰਕੰਮਿਆਂ ਕਰਕੇ ਨਮਸਕਾਰ ਕੀਤੀ। ਮਾਤਾ ਜੀ ਕਹਿਣ ਲੱਗੇ ਮਹਾਰਾਜ ਇਹ ਕੀ ਕੌਤਕ? ਕਹਿੰਦੇ ਇਸ ਜਗ੍ਹਾ ਕਿਸੇ ਸੰਤ ਨੇ ਤਪੱਸਿਆ ਕੀਤੀ ਸੀ, ਇਹ ਪਵਿੱਤਰ ਜਗ੍ਹਾ ਲੋਪ ਹੋ ਰਹੀ ਸੀ, ਨਿਸ਼ਾਨ ਕਾਇਮ ਕੀਤਾ। ਐਸੇ ਤਰ੍ਹਾਂ ਅੱਗੇ ਗਏ, ਉੱਥੇ ਥੜਾ ਬਣਾ ਕੇ ਪਰਕੰਮਿਆਂ ਦਾ ਨਮਸਕਾਰ ਕੀਤੀ। ਕਹਿੰਦੇ ਮਹਾਰਾਜ ਅੱਜ ਇੱਥੇ ਵੀ ਨਮਸਕਾਰ ਕਰ ਰਹੇ ਹਾਂ। ਕਹਿੰਦੇ ਇਹ ਜਗ੍ਹਾ ਉਡੀਕ ਰਹੀ ਹੈ 100 ਸਾਲ ਨੂੰ ਕਿਸੇ ਸੰਤ ਨੇ ਇੱਥੇ ਆ ਕੇ ਬੰਦਗੀ ਕਰਨੀ ਹੈ। ਗੱਜ ਕੇ ਬੋਲੋ। ਜੇ ਕੋਈ ਚੰਗਾ ਪੁਰਸ਼ ਆ ਜਾਏ ਤੇ ਮਹਾਰਾਜ ਕਹਿੰਦੇ ਫਿਰ ਕਿਰਪਾ ਹੋ ਜਾਂਦੀ ਹੈ। ਆ ਲਓ ਧਾਰਨਾ ਬੋਲਿਓ। ਜਿੱਥੇ ਬੈਠ ਗਏ ਨ ਸੰਤ ਪਿਆਰੇ, ਧਰਤੀ ਨੂੰ ਭਾਗ ਲੱਗ ਗਏ। ਜਿੱਥੇ ਬੈਠ ਗਏ ਨ ਸੰਤ ਪਿਆਰੇ, ਧਰਤੀ ਨੂੰ ਭਾਗ ਲੱਗ ਗਏ। ਪਿਆਰੇ ਜੀ ਧਰਤੀ ਨੂੰ ਭਾਗ ਲੱਗ ਗਏ। ਪਿਆਰੇ ਜੀ ਧਰਤੀ ਨੂੰ ਭਾਗ ਲੱਗ ਗਏ। ਜਿੱਥੇ ਬੈਠ ਗਏ ਨੇ ਸੰਤ ਪਿਆਰੇ, ਧਰਤੀ ਨੂੰ ਭਾਗ ਲੱਗ ਗਏ। ਜਿੱਥੇ ਬੈਠ ਗਏ ਨੇ ਸੰਤ ਪਿਆਰੇ, ਧਰਤੀ ਨੂੰ ਭਾਗ ਲੱਗ ਗਏ। ਤੇ ਜਿੱਥੇ ਇੱਕ ਬੰਦਗੀ ਵਾਲਾ ਪੁਰਸ਼ ਵਹਿੰਦਾ, ਉਹ ਧਰਤੀ ਸੁਹਾਵਣੀ ਹੋ ਜਾਂਦੀ ਹੈ, ਭਾਗਾਂ ਵਾਲੀ ਜੰਗਲ 'ਚ ਮੰਗਲ ਹੋ ਜਾਂਦਾ। ਤੇ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 10 ਪਾਤਸ਼ਾਹਾਂ ਦੀ ਸਾਖਿਆਤ ਜੋਤ
ਇਹਨਾਂ ਦਾ ਪ੍ਰਕਾਸ਼ ਹੋ ਜਾਏ, ਉੱਥੇ ਤਾਂ ਸਾਰੀਆਂ ਹੀ ਬਰਕਤਾਂ ਆ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਹੁਣ ਤੁਸੀਂ ਸੋਨੇ ਦਾ ਮੰਦਰ ਬਣਾ ਲਿਓ, ਹੀਰੇ ਜੜ ਦਿਓ, ਉੱਥੇ ਬੇਸਵਾ ਨੱਚੇਗੀ, ਤੇ ਉਸ ਸਥਾਨ ਦੀ ਕਿਸ ਤਰ੍ਹਾਂ ਦੀ ਕਿਰਿਆ ਹੋਏਗੀ। ਉਹ ਸੋਨੇ ਦੇ ਨਾਲ, ਹੀਰਿਆਂ ਦੇ ਨਾਲ ਸੁਭਾਏਮਾਨ ਨਹੀਂ ਹੋਏਗਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਭਾਵੇਂ ਰਵਿਦਾਸ ਦੀ ਝੌਂਪੜੀ 'ਚ ਪ੍ਰਕਾਸ਼ਮਾਨ ਹੋ ਜਾਣ, ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ, ਕਿਤ ਹੀ ਕਾਮਨਾ ਧੌਲ ਜਤਹਾਰ ਬਿਸਰਾਏ। ਇਸ ਕਰਕੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਹੋ ਜਾਂਦੇ ਆ, ਸਾਰੀਆਂ ਬਰਕਤਾਂ ਉਸ ਸਥਾਨ 'ਤੇ ਆ ਜਾਂਦੀਆਂ, ਕਿਉਂਕਿ ਬਰਕਤ ਦੇ ਮਾਲਕ ਧੰਨ ਸੱਚੇ ਪਾਤਸ਼ਾਹ ਆਪ ਆ। ਸੋ ਇਸ ਕਰਕੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਿ ਇਹ ਜਿਹੜਾ ਧਰਮ ਸਥਾਨ ਸੀ, ਧਰਮ ਸਥਾਨ ਦੇ ਰੂਪ ਵਿੱਚ ਰਹਿ ਗਿਆ। ਪਹਿਲਾਂ ਵੀ ਧਰਮ ਸਥਾਨ ਸੀ, ਹੁਣ ਵੀ। ਪਹਿਲਾਂ ਈਸਾ ਜੀ ਦੇ ਉਪਾਸ਼ਕ ਸੀ, ਉਨੀ ਦਾ ਨਾਂ ਚਰਚ ਰੱਖ ਲਿਆ। ਹੁਣ ਗੁਰੂ ਨਾਨਕ ਸਾਹਿਬ ਦੇ ਉਪਾਸ਼ਕ ਆਏ, ਉਹਨੂੰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰ ਲਿਆ, ਤੇ ਹੁਣ ਇਹਦਾ ਨਾਂ ਗੁਰਦੁਆਰਾ ਬਣ ਗਿਆ। ਰਿਹਾ ਧਰਮ ਸਥਾਨੀ, ਧਰਮ ਸਥਾਨੀ ਰਿਹਾ ਨਾ। ਸੋ ਇਸ ਵਾਸਤੇ ਇਹ ਭੇਦ ਬੁੱਧੀ ਜਿਹੜੀ ਹੈ, ਇਹ ਦਵੈਤਵਾਦੀਆਂ 'ਚ ਹੋ ਸਕਦੀ ਹੈ, ਅਦਵੈਤਵਾਦੀਆਂ 'ਚ ਨਹੀਂ। ਸੋ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿ ਇਹ ਐਸਾ ਉਦਮ ਹੋਇਆ। ਇਹ ਧਰਤੀ ਕੋਈ ਪੁੰਨ ਵਾਲੀ ਸੀ, ਤੇ ਧਰਤੀ ਨੇ ਵੀ ਪੁਕਾਰ ਹੋਏਗੀ ਕਿ ਮੈਂ ਗਲਤ ਬੰਦਿਆਂ ਦੇ ਹੱਥ 'ਚ ਨਾ ਜਾਵਾਂ। ਧਰਮ ਸਥਾਨ ਦੇ ਰੂਪ 'ਚ ਰਿਹਾ। ਸੋ ਇਸ ਵਾਸਤੇ ਜੜ ਦਾ ਵੀ ਭੇਦ ਆ, ਚੇਤਨ ਦਾ ਵੀ ਭੇਦ ਆ। ਹੁਣ ਜਿਹੜਾ ਆਮ ਪੱਥਰ ਉਹ ਵੀ ਜੜ ਆ, ਹੀਰਾ ਵੀ ਜੜ ਆ, ਪਰ ਮੁੱਲ ਦਾ ਤੇ ਫਰਕ ਆ ਨਾ। ਚੇਤਨ ਦਰਖਤ ਵੀ ਹੈ, ਪਸ਼ੂ ਪੰਛੀ ਵੀ ਹੈ, ਪਰ ਮਨੁੱਖ ਦਾ ਤੇ ਉਹਨਾਂ ਦਾ ਅੰਤਰ ਤੇ ਹੈ ਨਾ। ਜੋ ਮਨੁੱਖ ਨੂੰ ਵਿਵੇਕ ਬੁੱਧੀ ਦਿੱਤੀ ਆ, ਵਿਗਿਆਨ ਵਿੱਚ ਕਿੰਨਾ ਕੁਛ ਮਨੁੱਖ ਨੇ ਪੈਦਾ ਕਰ ਲਿਆ। ਅਧਿਆਤਮਵਾਦ ਦੇ ਤੱਤ ਤੇ ਕਲਸਨੀ ਕਰਨੀ ਤੋਂ ਬਾਹਰ ਹੀ ਹੈ। ਸਾਇੰਸ ਹੀ ਲੋਕਾਂ ਨੂੰ ਬੜਾ ਹੈਰਾਨ ਕਰ ਰਹੀ ਹੈ, ਤੇ ਜਿਹੜੀ ਆਤਮਿਕ ਸਾਇੰਸ ਆ ਉਹਦੀ ਤਾਂ ਫਿਰ ਮਹਿਮਾ ਹੋਰ ਵੀ ਬੜੀ ਅਲੌਕਿਕ ਹੈ। ਅਲੌਕਿਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿਨ ਜਾਣਿਆ। ਅਲੌਤੀ ਨਾਮ ਮਿਸ਼ਰੀ ਦਾ, ਤੇ ਬਰੇਡਾ ਨਾਮ ਸ਼ਰਬਤ ਦਾ। ਜਿਹਨੂੰ ਮਿਸ਼ਰੀ ਦਾ ਸ਼ਰਬਤ ਪੀਤਾ, ਉਹਦੇ ਆਨੰਦ ਨੂੰ ਤਾਂ ਉਹ ਹੀ ਜਾਣਦਾ ਨਾ। ਇਸੇ ਤਰ੍ਹਾਂ ਆਤਮ ਰਸ ਜੇ ਜਾਣੇ, ਸੋ ਹੈ ਖਾਲਸ ਦੇਵ। ਮੋਹ ਮੈਂ ਪ੍ਰਭ ਮੈਂ ਤਾਸ ਮੈਂ, ਰੰਚਕ ਨਾਹੀਂ ਰੰਚਕ ਰਾਈ ਮਾਤਰ ਵੀ ਭੇਵ ਨਹੀਂ। ਮਹਾਰਾਜ ਕਹਿੰਦੇ ਜਿਹਨੂੰ ਅਵਸਥਾ ਮਿਲ ਜਾਏ ਆਤਮਾ ਦੇ ਰਸ ਨੂੰ, ਜਿਹੜਾ ਮੰਨਣ ਵਾਲਾ। ਸੋ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਵੇਸ਼ ਕੀਤਾ, ਤੇ ਸੰਤ ਬਲਵੀਰ ਸਿੰਘ ਜੀ ਬਲਾਚੌਰ ਵਾਲੇ, ਤੇ ਗਿਆਨੀ ਗੁਰਦੀਪ ਸਿੰਘ ਜੀ ਟਕਸਾਲ ਵਾਲੇ, ਤੇ ਮੈਂ ਸੋਚਦਾ ਸੀ ਇਹ ਪਾਠੀ ਨਾਲ ਪੜ੍ਹਨ ਵਾਲਾ ਮਿਲ ਜਾਏ ਤੇ ਬਹੁਤ ਵਧੀਆ। ਹੁਣ ਤਾਂ 2 ਪਾਠੀ ਮਹਾਰਾਜ ਨੇ ਵਧੀਆ ਦੇ ਦਿੱਤੇ। ਅੱਗੇ ਤਾਂ ਗਿਆਨੀ ਗੁਰਦੀਪ ਸੋਹਣੀ ਸੇਵਾ ਕਈ ਵਾਰੀ ਨਿਭਾਉਂਦੇ ਹੁੰਦੇ, ਤੇ ਅੱਜ ਸੰਤ ਬਲਵੀਰ ਸਿੰਘ ਜੀ ਬੀਰੋਵਾਲ ਵਾਲੇ। ਸੋ ਇਸ ਵਾਸਤੇ ਇਹ ਗੁਰੂ ਮਹਾਰਾਜ ਆਪ ਹੀ ਕੋਈ ਵਿਧੀ ਬਣਾ ਦਿੰਦੇ ਆ ਸਤਸੰਗਤ ਦੀ।
ਸੁਆਓ ਗੁਰੂ ਮਹਾਰਾਜ ਨੇ ਜੋ ਹੁਕਮ ਬਖਸ਼ਿਆ, ਇਸ ਦੀ ਵਿਚਾਰਧਾਰਾ ਸਰਵਣ ਕਰੀਏ। ਤੇ ਸੰਤ ਮਹਾਂਪੁਰਸ਼ਾਂ ਨੂੰ ਵੀ ਇੱਥੇ ਨਾਲ ਹੀ ਲੈ ਆਓ ਸਾਡੇ, ਤੇ ਸੇਵਾਦਾਰ ਵੀ ਇੱਕ ਜਣਾ। ਸਟੇਜ ਤੇ ਜਗ੍ਹਾ ਤਾਂ ਕਾਫੀ ਹੈ। ਬੋਲੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਪ੍ਰਭ ਕੀ ਸਰਣ ਸਗਲ ਪੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਸੋਰਠ ਰਾਗ ਦੀ ਬਾਣੀ ਹੈ। ਹੁਣ ਦੇਖੋ, ਕਈ ਅੱਜ ਕੱਲ੍ਹ ਸੰਪਰਦਾਵਾਂ ਟਕਸਾਲਾਂ ਦੀ ਬੜੀ ਆਲੋਚਨਾ ਕਰ ਰਹੇ ਆ। ਹੁਣ ਸੋਰਠ ਦੇ ਨਾਲ ਮਹੱਲਾ ਤੇ ਗੁਰਮੁਖੀ ਦਾ ਅੰਕ ਪਾਇਆ। ਗੁਰਮੁਖੀ ਦਾ ਅੰਕ ਹੁਣ ਜੇ ਤਾਂ ਅੰਕ ਤੇ ਢੰਗ ਨਾਲ ਬੁਲਾਈਏ ਫਿਰ ਤਾਂ ਬੋਲਿਆ ਜਾਏਗਾ 5। ਪਰ ਹੁਣ ਇਹ ਕਿਹਨ ਦੱਸਿਆ ਵੀ ਇਹਨੂੰ 5 ਵਾਰ ਬੋਲਣਾ, ਜਿਹੜਾ ਇਹਨੂੰ ਆਪਾਂ 5 ਵਾਰ ਬੋਲਦੇ ਹਾਂ, ਇਹ ਕਿਹਨ ਦੱਸਿਆ। ਹੁਣ ਇਹ ਲੋਕ ਕਹਿੰਦੇ ਅੱਖਰ ਲਿਖੇ ਸਹੀ ਗਾਵਾਂ, ਅਵਰ ਨਾ ਜਾਣਾ ਬਾਣੀ ਜੀਓ। ਉਹਦਾ ਅਰਥ ਤੇ ਕੁਝ ਹੋ ਰਿਹਾ ਹੈ, ਆਪਣੇ ਢੰਗ ਨਾਲ ਬਣਾ ਲੈਂਦੇ ਆ। ਹੁਣ ਜੇ ਤਾਂ ਅੰਕ ਦੇ ਹਿਸਾਬ ਨਾਲ ਫਿਰ ਤਾਂ 5 ਬੋਲਾਂਗੇ ਨਾ। ਗਣਤ ਦਾ, ਗੁਰਮੁਖੀ ਦੇ ਗਣਤ ਦਾ ਇਹ 5 ਅੰਕ ਆ। ਪਰ ਸੰਪਰਦਾ ਨੇ, ਟਕਸਾਲ ਨੇ ਦੱਸਿਆ ਜੋ ਪਰੰਪਰਾ ਗੁਰੂ ਮਹਾਰਾਜ ਤੋਂ ਆਪ ਹੀ ਚੱਲੀ ਚਲਾਈ ਆਈ ਹੈ। ਪਹਿਲੇ ਪਾਤਸ਼ਾਹ, ਦੂਸਰੇ, ਤੀਸਰੇ, ਪੰਜਵੇਂ ਨੇ ਇਹ ਸਾਰਾ ਧਰੁਵਾ ਬੰਨਿਆ, ਅਤੇ 10ਵੇਂ ਪਾਤਸ਼ਾਹ ਨੇ ਫਿਰ ਇਹ ਸਾਰਾ ਹੀ ਕਮਾਲ ਕੀਤੀ ਹੈ। ਆਪਣੇ ਮੁਬਾਰਕ ਰਸਨਾਂ ਤੋਂ ਮੁਕੰਮਲ ਵਿਆਖਿਆ ਸਰਵਣ ਕਰਾਈ, ਇਹ ਪਰੰਪਰਾਵਾਂ ਚਲਾਈਆਂ ਸਾਰੀਆਂ। ਅਤੇ ਜਿਹੜੇ ਲੋਕ ਅੱਜ ਗੱਲਾਂ ਕਰਦੇ, ਜਿਨ੍ਹਾਂ ਨੂੰ ਪੁੱਛੇ ਵੀ ਤੁਹਾਡਾ ਆਪਣਾ ਵਜੂਦ ਹੈ ਕੀ, ਆਪ ਦਾ ਤਾਂ ਕੋਈ ਵਜੂਦ ਹੈ ਨਹੀਂ। ਅਤੇ ਤਰਕਾਂ ਉਹਨਾਂ ਸੰਪਰਦਾਵਾਂ 'ਤੇ ਕਰਦੇ ਜਿਨ੍ਹਾਂ ਦੀ ਹੋਂਦ ਮਹਾਰਾਜ ਨੇ ਆਪ ਪੈਦਾ ਕੀਤੀ ਹੈ। ਹੁਣ ਇਹਨੂੰ ਬੋਲਣ ਦਾ ਢੰਗ ਵੀ ਮਹਾਰਾਜ ਨੇ ਦੱਸਿਆ। 5 ਵਾਰ, 5ਵਾਂ ਨਹੀਂ ਕਹਿਣਾ। 5ਵਾਂ ਕਹਿ ਦਿੱਤਾ ਫਿਰ ਤਾਂ ਘਿਓ ਦਾ ਵਾਚਕ ਹੋ ਜਾ, ਕਿਉਂਕਿ ਨਿਹੰਗ ਸਿੰਘ ਘਿਓ ਨੂੰ 5ਵਾਂ ਕਹਿੰਦੇ ਆ, ਅਤੇ ਸਰੋਂ ਦੇ ਤੇਲ ਨੂੰ 6ਵਾਂ ਕਹਿ ਦਿੰਦੇ ਆ। ਹੁਣ ਇਹ ਵੀ ਸਿੰਘਾਂ ਦੇ ਬੋਲੇ ਹੈਗੇ ਆ। ਜੇ ਆਪਾਂ ਸੰਗਤ 'ਚ ਆਵਾਂਗੇ ਫਿਰ ਇਹਨਾਂ ਦਾ ਵੀ ਪਤਾ ਲੱਗਦਾ ਕਿ ਸੰਗਤ ਦੀ ਬੋਲੀ ਕੈਸੀ ਹੈ। ਹਾਂਜੀ, ਇਸ ਵਾਸਤੇ ਹੁਣ ਘਰਾਂ 'ਚ ਤਾਂ ਹੁੰਦਾ ਕੜਾਹ, ਇੱਥੇ ਹੁੰਦਾ ਸ਼੍ਰੀ ਕੜਾਹ ਪ੍ਰਸ਼ਾਦ। ਗੱਜ ਕੇ ਬੋਲੋ। ਘਰ ਹੁੰਦਾ ਰੋਟੀ ਖਾ ਲਓ, ਇੱਥੇ ਹੁੰਦਾ ਵੀ ਲੰਗਰ ਦਾ ਪ੍ਰਸ਼ਾਦ ਛਕ ਲਓ। ਫਰਕ ਤਾਂ ਹੈ ਨਾ। ਸੋ ਇਸ ਵਾਸਤੇ ਇਹ ਉਚਾਰਨ ਦਾ ਜਿਹੜਾ ਢੰਗ ਆ ਉਹ 5ਵਾਂ, 5 ਵਾਹ, 5ਵਾਂ ਨਹੀਂ, ਬਾਵੇ ਨੂੰ। ਅਤੇ ਕਈ ਜਗ੍ਹਾ ਹੁਣ ਮਮਾ ਮਕਾਰ ਅੱਖਰ ਪਾਇਆ ਅਤੇ 2 ਬਿੰਦੀਆਂ ਪਾਈਆਂ, ਉਹਨਾਂ ਨੂੰ ਬਸਰਗਾਂ ਕਹਿੰਦੇ ਆ। ਨਾ ਤਾਂ ਉੱਥੇ ਹਾਹਾ ਹੀ ਪਾਇਆ ਅਤੇ ਨਾ ਲੱਲੇ ਨੂੰ ਕੰਨਾ ਹੀ ਪਾਇਆ। ਅਤੇ ਜੇ ਹੁਣ ਸੰਪਰਦਾ ਦੇ ਸਿਆਣੇ ਪੁਰਸ਼ਾਂ ਤੋਂ ਸੰਥਿਆ ਨਹੀਂ ਕੀਤੀ, ਫਿਰ ਉਹਨੂੰ ਆਪਾਂ ਕੀ ਬੋਲਾਂਗੇ? ਫਿਰ ਉਹਦੇ ਉਚਾਰਨ ਦਾ ਢੰਗ ਕੀ ਹੋਏਗਾ? ਹੁਣ ਇਹ ਤਾਂ ਫਿਰ ਸੰਪਰਦਾ ਨੇ ਦੱਸਿਆ ਨਾ ਕਿ ਜੇ ਸਹਿ ਸਕ੍ਰਿਤੀ ਵਿੱਚ ਹੈ ਉੱਥੇ ਵਿਸਰਗਾਂ ਅਤੇ ਹਾਹੇ ਦਾ ਵਾਚਕ ਹੈ। ਇੱਥੇ ਹੁਕਮ ਦੇ ਮੁਤਾਬਕ ਹਾਹਾ ਅਤੇ ਲੱਲਾ ਉਚਾਰਨ ਦਾ ਵੀ ਹੁਕਮ ਆ। ਇਸ ਵਾਸਤੇ ਜਿਹੜੇ ਸੰਕੇਤ ਹੈਗੇ ਆ, ਇਹ ਉਚਾਰਨ ਦੇ ਅਰਥਾਂ ਦੇ ਵਿਸ਼ਰਾਮ, ਅਰਧ ਵਿਸ਼ਰਾਮ, ਯਮਕੀਆਂ, ਠਮਕੀਆਂ ਜਾਂ ਜੋ ਵੀ ਹੈ, ਕਿਤੇ ਚਾਲ ਦੁਆਰਾ ਆ, ਕਿਤੇ ਅਰਥ ਦੁਆਰਾ ਆ। ਇਹ ਫਿਰ ਸਾਰਾ ਸੰਥਿਆ ਦੇ ਬਿਨਾਂ ਪਤਾ ਨਹੀਂ ਲੱਗਦਾ। ਇਸ ਲਈ ਸੋਰਠ ਮਹੱਲਾ 5ਵਾਂ
ਪੰਜਵੇਂ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ। ਪ੍ਰਭ ਕੀ ਸਰਣ ਸਗਲ ਪੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਸਾਰਣ ਬੁੱਧਾਂ ਨੇ ਵੀ ਇਹ ਗੱਲ ਮੰਨੀ ਹੈ, ਮਹਾਤਮਾ ਬੁੱਧ ਨੇ। ਉਹਨੇ ਇਹ ਮੰਨਿਆ, ਬੁੱਧੰ ਸ਼ਰਣੰ ਗਾਛਾਮਿ, ਬੁੱਧ ਮੈਨੇ ਵਿਦਵਾਨਾਂ ਦੀ ਸ਼ਰਨ ਵਿੱਚ ਆਓ। ਸੰਗੰ ਸ਼ਰਣੰ ਗਾਛਾਮਿ, ਸੰਗ ਜਿਹੜਾ ਚੰਗੇ ਸਿਆਣੇ ਪੁਰਸ਼ਾਂ ਦੀ ਜਥੇਬੰਦੀ ਹੈ, ਉਹਨੂੰ ਉਹਦਾ ਨਾਮ ਨਹੀਂ ਸੰਗ ਰੱਖਿਆ, ਜਾਂ ਪੰਚਾਇਤ ਕਹਿ ਦਿਓ ਚੰਗੇ ਪੁਰਸ਼ਾਂ ਦੀ। ਤੀਸਰਾ ਨੰਬਰ ਉਹਨੇ ਰੱਖਿਆ ਧਰਮੰ ਸ਼ਰਣੰ ਗਾਛਾਮਿ, ਧਰਮ ਦੀ ਸ਼ਰਨ। ਅਧਰਮ ਦੀ ਸ਼ਰਨ ਨਾ ਲਿਓ। ਜੇ ਧਰਮ ਦੀ ਸ਼ਰਨ ਲੈ ਲਈ ਫਿਰ ਤਾਂ ਸਿੱਧਾ ਕੰਮ ਹੋਣਾ ਹੀ ਨਹੀਂ, ਫਿਰ ਨਹੀਂ ਚੰਗਾ ਕੰਮ ਹੋਣਾ। ਅਧਰਮੀ ਆਦਮੀ ਤੋਂ ਆਸ ਹੈ ਵੀ ਉਹ ਚੰਗਾ ਕੰਮ ਕਰੂਗਾ। ਬੁਰਕਾ ਭਾਵੇਂ ਉਹ ਧਰਮ ਦਾ ਮੁਖੌਟਾ ਪਾ ਲੈ, ਉਹ ਤੋਂ ਚੰਗੇ ਦੀ ਆਸ ਨਾ ਰੱਖਿਓ। ਤੇ ਕ੍ਰਿਸ਼ਨ ਮਹਾਰਾਜ ਨੇ ਵੀ ਕਿਹਾ, ਮਾਮ ਏਕ ਸ਼ਰਣੰ ਬਰਾਜ, ਸਰਬ ਧਰਮਾਤ ਪਰਿਤਿਆਜ। ਇੱਕ ਮੇਰੀ ਭਗਵਾਨ ਦੀ ਸ਼ਰਨ ਗ੍ਰਹਿਣ ਕਰੋ, ਹੋਰ ਜਿਹੜੇ ਫੁਟਕਲ ਕਰਮ ਧਰਮਾਂ ਦੀ ਪ੍ਰਕਿਰਿਆ ਉਹਨੂੰ ਤਿਆਗ ਦਿਓ। ਤੇ ਗੁਰੂ ਮਹਾਰਾਜ ਨੇ ਵੀ ਬਚਨ ਕਿਹਾ, ਇੱਕ ਤਾਂ ਸ਼ਰਨ ਹੁੰਦੀ ਹੈ ਮਾਂ ਪਿਓ ਦੀ, ਦੂਜੀ ਹੁੰਦੀ ਰਾਜੇ ਦੀ, ਤੀਜੀ ਹੁੰਦੀ ਹੈ ਦੇਵੀ ਦੇਵਤਿਆਂ ਦੀ, ਚੌਥੀ ਹੁੰਦੀ ਹੈ ਪਰਮਾਤਮਾ ਦੀ। ਜਿਸ ਤਰ੍ਹਾਂ ਇੱਕ ਰਾਜੇ ਦੇ ਪੁੱਤਰ ਨਹੀਂ ਹੋ ਰਿਹਾ, ਜੋਤਸ਼ੀਆਂ ਨੂੰ ਪੁੱਛਿਆ ਕਿ ਪੁੱਤਰ, ਉਹ ਕਹਿੰਦੇ ਕਿਸੇ ਦੇ ਪੁੱਤ ਦੀ ਦੇਵੀ ਦੇ ਮੰਦਰ ਬਲੀ ਦੇ, ਫਿਰ ਤੇਰੇ ਪੁੱਤ ਹੋਏਗਾ। ਰਾਜਾ ਕਹਿੰਦਾ ਗੱਲ ਤਾਂ ਬੜੀ ਅਸੰਭਵ ਆ, ਪੁੱਤ ਮਾਰ ਕੇ ਪੁੱਤ ਕਿੱਥੋਂ, ਤੇ ਦੂਜਾ ਦੇਵੇਗਾ ਕੌਣ? ਉਹ ਕਹਿੰਦੇ ਜਿਹੜੇ ਮਾਇਆ ਦੇ ਪੁਜਾਰੀ ਆ ਨਾ, ਉਹ ਦੁੱਧ ਵੀ ਵੇਚ ਦਿੰਦੇ, ਪੁੱਤ ਵੀ ਵੇਚ ਦਿੰਦੇ ਆ, ਉਹ ਤਾਂ ਆਪਣਾ ਆਪ ਹੀ ਵੇਚ ਦਿੰਦੇ ਆ। ਤੁਸੀਂ ਡੌਂਡੀ ਪਟਾ ਦਿਓ। ਅੱਜ ਕੱਲ੍ਹ ਤਾਂ ਹੁਣ ਯੁੱਗ ਚੱਲਣਾ ਦਾ ਨਾ, ਅੱਗੇ ਹੁੰਦਾ ਸੀ ਪੀਪਾ ਜਿਹਾ ਖੜਕਾ ਤੇ ਜਾਂ ਢੋਲ ਖੜਕਾ ਕੇ ਅਨਾਊਂਸ ਕਰ ਦੇਣਾ, ਉਹਨੂੰ ਡੌਂਡੀ ਪਿਟਣੀ ਕਹਿੰਦੇ ਸੀ। ਉਹ ਸਾਧ ਸੰਗਤ ਜੀ, ਡੌਂਡੀ ਪਟਾਈ ਗਈ। ਇੱਕ ਮਾਈ ਦੇ 7 ਸੀ, ਉਹ ਕਹਿੰਦੇ ਸਾਰੇ ਭੁੱਖ ਨਾ ਮਰਨ ਡਿਆ, ਇੱਕ ਰਾਜੇ ਨੂੰ ਦੇ ਦਿਓ ਖੁੱਲ੍ਹਾ ਗੱਫਾ, ਮਾਇਆ ਦਾ ਮਿਲ ਜੂ ਤੇ ਸਾਰਾ ਜੀਵਨ ਆਨੰਦ ਦਾ ਭੋਗਾਂਗੇ। ਉਹਨੇ ਵੇਚ ਦਿੱਤਾ ਜੀ। ਅੱਜ ਵੀ ਵੇਚਦੇ ਆ। ਇਹ ਲੜਕੀ ਵਿਆਹਣੀ ਹੋਵੇ ਕਹਿੰਦੇ ਕੀ ਦੇਵੇਂਗਾ, ਗੱਜ ਕੇ ਬੋਲੋ। ਥੋੜ੍ਹਾ ਜਿਹਾ ਹੁਣ ਲੋਕ ਹੁਸ਼ਿਆਰ ਹੋ ਗਏ ਨਾ, ਢੰਗ ਨਾਲ ਕਰ ਲੈਂਦੇ, ਕੰਮ ਅੱਜ ਵੀ ਚੱਲੀ ਜਾਂਦਾ। ਉਹ ਸਾਧ ਸੰਗਤ ਜੀ, ਲੜਕਾ ਆ ਗਿਆ, ਦੇਵੀ ਦੇ ਮੰਦਰ ਵਿੱਚ ਸਾਰੀ ਤਿਆਰੀ ਹੋ ਗਈ, ਬਲੀ ਦੀ ਸਮੱਗਰੀ ਤਿਆਰ ਹੋ ਗਈ। ਜਲਾਦ ਨੂੰ ਹੁਕਮ ਹੋ ਗਿਆ, ਤਲਵਾਰ ਤੇਜ਼ ਹੋ ਗਈ। ਬੱਚੇ ਨੂੰ ਕਿਹਾ ਕੋਈ ਖਾਣਾ ਪੀਣਾ ਖਾ ਪੀ ਲੈ, ਤੇਰੀ ਬਲੀ ਦਿੱਤੀ ਜਾਣੀ ਹੈ। ਇਹ ਜਿਹੜੀ ਬੁੱਧੀ ਆ ਨਾ, ਵਿਚਾਰ ਆ, ਗਿਆਨ ਆ, ਇਹ ਜ਼ਰੂਰੀ ਨਹੀਂ ਕਿ ਬਾਲ ਚਿੱਟੇ ਹੋਵੇ ਫੇਰ ਇਹ ਗਿਆਨ ਆਵੇ। ਇਹ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ। ਬਜ਼ੁਰਗੀ ਅਕਲਸਤ ਨਾ ਕੇ ਬਸਾਲ, ਤਵੰਗਰੀ ਦਿਲਸਤ ਨਾ ਕੇ ਬਮਾਲ। ਬਜ਼ੁਰਗੀ ਚਿੱਟੇ ਬਾਲਾਂ ਦਾ ਨਾਂ ਨਹੀਂ, ਇਹ ਗੁਰੂ ਕੀ ਬਖਸ਼ਿਸ਼ ਦਾ ਨਾਂ ਹੈ। ਕਈਆਂ ਕੋ ਮਾਇਆ ਬਹੁਤ ਆ, ਕਾਣੀ ਕੌਡੀ ਦਾਨ ਨਹੀਂ ਕਰ ਸਕਦੇ। ਕਈ ਸਮਾਨ ਅੰਤਰ ਆ, ਉਹਨਾਂ ਵਿੱਚ ਦਾਨ ਵਿਰਤੀ ਬੜੀ ਹੈ। ਕਈ ਬਜ਼ੁਰਗ ਹੋ ਗਏ, ਧੌਲੇ ਆ ਗਏ, ਫਿਰ ਵੀ ਸ਼ਰਾਬਾਂ ਕਬਾਬਾਂ ਜੋ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਪੁੱਠੇ ਕੰਮ ਕਰਦੇ ਆ।
ਕਈਆਂ ਨੂੰ ਬਾਲਕਪੁਣੇ ਵਿੱਚ ਇਹ ਸੋਝੀ ਆ ਗਈ ਹੈ। ਬਾਲਕਪੁਣੇ 'ਚ ਜਿਵੇਂ ਉਹ ਬਾਲਕ ਛੋਟੀ ਉਮਰ ਦਾ ਸਾਧੂ ਗਿਆ ਸੀ ਨਾ ਭਿਕਸ਼ਾ ਨੂੰ, ਉਹ ਜਿਹੜੇ ਗਿਆ ਤਾਂ ਲੜਕੀ ਵੀ ਕੋਈ ਸਤਸੰਗੀਆਂ ਦੀ ਉੱਥੇ ਆਈ ਹੋਈ ਸੀ। ਉਹਨੇ ਪ੍ਰਸ਼ਨ ਕੀਤਾ, ਮੁਨੀ ਜੀ ਅਜੂੰ ਸਵੇਰ, ਇਹ ਸੰਤ ਜੀ ਹਾਲੇ ਤਾਂ ਸਵੇਰਾ ਹੀ ਸੀ, ਬਾਲਾ ਅਵਸਥਾ ਸੀ, ਖੇਡਣ ਮੱਲਣ ਦੀ, ਖਾਣ ਪੀਣ ਦੀ, ਹਟਾਉਣ ਦੀ, ਆਨੰਦ ਲੈਣ ਦੀ। ਤੂੰ ਇਹ ਲੂਣੀ ਸੁਲ ਚੱਟਣ ਵਾਸਤੇ ਹੋਣੀ ਤਿਆਰ ਹੋ ਗਿਆ, ਸਾਧ ਬਣ ਗਿਆ। ਉਹ ਵੀ ਬੜਾ ਸੁਲਝਿਆ ਸੀ, ਮਾਰ ਖਾਧੀ ਸੀ ਕਿ ਸਾਧੂ ਦੀ। ਉਹ ਕਹਿੰਦਾ ਮਮ ਡਰ ਕਾਲ ਕਾ, ਮੈਨੂੰ ਮੌਤ ਦਾ ਡਰ ਆ। ਹਰੀ ਨਹੀਂ ਨਾ ਡੱਡਰੀ, ਪੱਕੀ ਵੱਢਣ ਹਾਰ, ਕੀ ਪਤਾ ਕਦੋਂ ਆ ਜਾਣੀ ਹੈ। ਮੌਤ ਆਉਣ ਤੋਂ ਪਹਿਲਾਂ ਬੰਦਗੀ ਕਰਕੇ ਪਰਮਾਤਮਾ ਨੂੰ ਮਿਲਣ ਵਾਸਤੇ ਮਨੁੱਖ ਜਨਮ ਮਿਲਿਆ। ਹੁਣ ਉਹ ਪ੍ਰਸ਼ਨ ਕਰ ਰਿਹਾ ਦੇਵੀ ਨੂੰ, ਤੁਮ ਘਰ ਕਿਆ ਹਵਾਲ, ਹੇ ਦੇਵੀ ਤੁਹਾਡੇ ਘਰ ਦਾ ਕੀ ਹਾਲ ਚਾਲ ਹੈ। ਉਹ ਕਹਿੰਦੀ ਮਮ ਘਰ ਬਾਸੀ ਖਾਤ ਹੈ, ਸਾਡੇ ਘਰ ਦਾ ਬੇਹਾ ਹੀ ਖਾਂਦੇ ਆ। ਉਹ ਸੱਸ ਨੇ ਹਿਲੇ ਸੁਣੀ, ਤੇ ਸੱਪ ਨੂੰ ਇੱਕ ਸੱਸਾ ਤੇ ਸੱਸ ਨੂੰ ਦੋ ਸੱਸੇ। ਉਹ ਤਾਂ ਫਿਰ ਲਾਪੇ ਜ਼ਹਿਰ ਘੋਲਣ, ਪਿੰਨੋਂ ਫੁਕਰਿਆਂ ਕੋ ਸਾਡੀ ਮਿੱਟੀ ਪੁੱਟਦੀ ਹੈ। ਉਹ ਘਰ ਵਾਲੇ ਨੂੰ ਕਹਿੰਦੀ ਵੀ ਚੰਗੀ ਆ ਲਿਆਂਦੀ ਬਹੂ, ਇਹਦਾ ਰਸਤੇ 'ਚ ਖੜ੍ਹ ਕੇ ਮਿੱਟੀ ਪੁੱਟਦੀ ਆ ਸਾਧਾਂ ਕੋ। ਉਹ ਕੁਝ ਸਿਆਣਾ ਸੀ, ਕਹਿੰਦੇ ਐਵੇਂ ਮਾੜੀ ਜਿਹੀ ਗੱਲ 'ਤੇ ਆਫਰੀਦਾ ਨਹੀਂ ਹੁੰਦਾ, ਘਰ ਦਾ ਮਾਹੌਲ ਸਾਰਾ ਖਰਾਬ ਹੋ ਜਾਂਦਾ ਹੁੰਦਾ। ਆਪਾਂ ਵਿਚਾਰ ਨਾਲ ਪੁੱਛ ਲੈਂਦੇ ਹਾਂ, ਬੱਚੇ ਆ, ਬੱਚਿਆਂ ਨੂੰ ਸੋਝੀ ਦੇਣੀ ਸਾਡਾ ਬਜ਼ੁਰਗਾਂ ਦਾ ਫਰਜ਼ ਹੈ। ਜੇ ਕੋਈ ਗੱਲ ਹੋਵੇਗੀ, ਸਹੁਰਾ ਸਾਹਿਬ ਕਹਿਣ ਲੱਗੇ ਪੁੱਤਰੀ ਕਿ ਜਦੋਂ ਦੇ ਤੁਸੀਂ ਆਏ ਆ ਕਦੀ ਬੇਹਾ ਖਾਧਾ। ਕਹਿੰਦੇ ਪਿਤਾ ਸ਼੍ਰੀ ਜੀ ਮੈਂ ਕਦੋਂ ਕਿਹਾ ਵੀ ਬੇਹਾ ਖਾਂਦੇ ਆ। ਆਖਿਆ ਆਹ ਗੱਲ ਤੁਹਾਡੇ ਮਾਤਾ ਜੀ ਨੇ ਦੱਸੀ ਹੈ। ਕਹਿੰਦੇ ਮਹਾਤਮਾ ਨੇ ਪ੍ਰਸ਼ਨ ਕੀਤਾ ਸੀ। ਮੈਂ ਕਿਹਾ ਮਮ ਕਰ ਬਾਸੀ ਖਾਦ, ਬਾਸੀ ਦਾ ਮਤਲਬ ਪਿਛਲੇ ਪੁੰਨ ਖਾ ਰਹੇ, ਤੁਸੀਂ ਗਾਹਾਂ ਕੋਈ ਨਹੀਂ ਕਰ ਰਹੇ। ਗੱਜ ਕੇ ਬੋਲੋ, ਪਿਛਲਾ ਤਾਂ ਖਾਈ ਜਾਂਦੇ ਆ, ਗਾਂ ਕਰਦੇ ਨਹੀਂ ਤੇ ਗਾਂ ਕੀ ਖਾਓਗੇ। ਕੋਈ ਬੀਜ ਲਓ। ਕਹਿੰਦੇ ਫੇਰ ਕਿਵੇਂ। ਕਹਿੰਦੇ ਕੋਈ ਪੁੰਨ ਦਾਨ ਕਰਿਆ ਕਰੋ, ਬੰਦਗੀ ਵਾਲਿਆਂ ਦੀ ਸੇਵਾ, ਸੰਗਤ ਦੀ ਸੇਵਾ ਕਰਿਆ ਕਰੋ। ਕਹਿੰਦੇ ਚੰਗਾ ਫਿਰ ਮਿੱਸੀਆਂ ਰੋਟੀਆਂ ਬਣਾ ਕੇ ਖਿਲਾ ਦਿਆ ਕਰ। ਮਿੱਸੀਆਂ ਰੋਟੀਆਂ ਬਣਾ ਲਈਆਂ, ਪਾਣੀ ਨਾਲ ਚੋਪੜ ਕੇ ਲੂਣ ਮਿਰਚ ਭੁੱਕ ਕੇ ਇਹ ਸਹੁਰਾ ਸਾਹਿਬ ਦੇ ਅੱਗੇ ਰੱਖਤਾ, ਲਾਓ ਜੀ ਭੋਗ ਲਾਓ, ਛਕੋ ਜੀ। ਹੁਣ ਜਿਨ ਰੋਜ਼ ਕਈ ਕੌਲੀਆਂ 'ਚ ਕਈ ਤਰ੍ਹਾਂ ਦੇ ਪਦਾਰਥ ਖਾਧੇ ਹੋਣ, ਕਿੱਥੇ ਲੰਘੇ। ਕਹਿੰਦੇ ਪੁੱਤਰੀ ਘਰ 'ਚ ਦੂਆ ਮੈਦਾ ਨਾ, ਕੋਈ ਹੋਰ ਪਦਾਰਥ, ਦਾਲਾਂ ਸਬਜ਼ੀਆਂ ਚਟਨੀਆਂ ਸਲਾਦ ਸਲੂਦ ਲੱਲੜ ਪਲੜ, ਕੀ ਗੱਲ। ਕਹਿੰਦੇ ਪਿਤਾ ਜੀ ਮੈਂ ਕਿਹਾ ਤੁਹਾਡੇ ਹੁਣ ਮੂੰਹ 'ਚ ਦੰਦ ਹੈਗੇ ਆ, ਛਕ ਲਓ, ਅੱਗੇ ਹਾਹਾ ਹੀ ਮਿਲਣਾ ਜੋ ਪੁੰਨ ਦਾਨ ਕਰਨ ਲਈ ਕਿਹਾ। ਗੱਜ ਕੇ ਬੋਲੋ। ਅਕਲ ਆ ਗਈ ਟਿਕਾਣੇ। ਕਹਿੰਦੇ ਪਦਾਰਥ ਬਣਾ ਕੇ ਸੰਗਤ ਨੂੰ ਛਕਾ ਕਰ। ਲਾ ਦਿੱਤਾ ਭਲੇ ਪਾਸੇ ਨੇਕ ਲੜਕੀ ਨੇ। ਅਤੇ ਜੋ ਲੜਕੀ ਆਪ ਫੈਸ਼ਨੇਬਲ ਆ, ਅਪ ਟੂ ਡੇਟ ਬਣੀ ਹੈ, ਤੜਕੇ ਉੱਠਦੀ ਨਹੀਂ, ਇਸ਼ਨਾਨ ਨਹੀਂ ਕਰਦੀ, ਬਾਣੀ ਨਹੀਂ ਪੜ੍ਹਦੀ, ਨਾਮ ਨਹੀਂ ਜਪਦੀ, ਆਪਣਾ ਆਪ ਨਹੀਂ ਸਵਾਰ ਸਕੀ, ਆਪਣੇ ਪਰਿਵਾਰ ਸਹੁਰੇ ਘਰ ਨੂੰ ਕਿਵੇਂ ਸਵਾਰੇਗੀ। ਇਹ ਗੱਲ ਸਮਝ ਲਿਓ। ਇਹ ਸੁਣਨ ਤੱਕ ਸੀਮਤ ਨਾ ਕਰਿਆ ਕਰੋ, ਇਹਨਾਂ ਬਚਨਾਂ 'ਤੇ ਅਮਲ ਕਰਿਆ ਕਰੋ। ਫਿਰ ਦੇਖੋ ਤੁਹਾਡਾ ਸਤਿਕਾਰ ਕੈਸਾ, ਉਹ ਘਰ ਤੁਹਾਡਾ ਸਵਰਗ ਬਣ ਜਾਏਗਾ। ਇਸੇ ਤਰ੍ਹਾਂ ਪੁਰਸ਼ਾਂ ਵਾਸਤੇ ਵੀ ਹੈ, ਉਹ ਵੀ ਆ ਨਸ਼ਈ ਪੁਣਾ ਅਤੇ ਵਿਸ਼ਈ ਪੁਣਾ ਤਿਆਗਣ, ਅਤੇ ਫਿਰ ਧਨ ਪੇਰੇ ਨ ਆਖਿਆਨ ਬਹਿਣਾ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪੇਰ ਕਹੀ ਹੈ, ਸੋਏ ਬਣ ਜਾਏਗਾ। ਆਗਿਆਕਾਰੀ ਪੁੱਤਰ ਹੋਏ, ਮਿੱਠ ਬੋਲੀ ਹੋਏ ਨਾਰ, ਧਨ ਆਪਣਾ ਸੰਦੋਖ ਪੁੰਨ, ਚਾਰ ਸਵਰਗ ਦੁਆਰੇ, ਚਾਰ ਸਵਰਗ ਦੇ ਦੁਆਰ ਬਣ ਜਾਂਦੇ ਆ। ਪੁੱਤ ਆਗਿਆਕਾਰੀ ਹੋਵੇ, ਇਸਤਰੀ ਜਿਹੜੀ ਹੈ ਸਤ ਭਾਸ਼ਣ ਵਾਲੀ ਹੋਵੇ, ਔਰ
ਘਰ 'ਚ ਧਨ ਗੁਜ਼ਾਰੇ ਦਾ ਅਤੇ ਸੰਤੋਖ ਵੀ ਨਾਲ ਹੋਵੇ, ਬੇਸੰਤੋਖਾ ਨਾ ਹੋਵੇ। 4 ਚੀਜ਼ਾਂ ਹੁਣ ਗ੍ਰਸਤੀਆਂ ਦਾ ਘਰ ਸਵਰਗ ਬਣ ਜੂ, ਉੱਪਰ ਸਵਰਗ ਲੱਜਣ ਦੀ ਲੋੜ ਨਹੀਂ ਪਊਗੀ। ਇਹ ਨੋਟ ਕਰ ਲਿਓ। ਸੋ ਇਸ ਵਾਸਤੇ ਇਸੇ ਤਰ੍ਹਾਂ ਇੱਕ ਪਿੰਡ ਹੈ ਸ਼ਹਜ਼ਾਦੀ ਫਿਰੋਜ਼ਪੁਰ 'ਚ, ਉੱਥੇ ਰਾਮ ਲਾਲ ਜੀ ਸੰਤ ਹੋਏ ਆ। ਉਹ ਇੱਕ ਗ੍ਰਸਤੀ ਪਰਿਵਾਰ ਸੀ, ਤੋਂ ਬੀਬੀ ਬੜੀ ਸਤਸੰਗਣ ਸੀ। ਉਨ ਸੰਤਾਂ ਨੂੰ ਰੋਜ਼ ਪਰੌਠੇ, ਮੱਖਣ, ਦਹੀਂ ਭੇਜਣਾ। ਬੰਦਗੀ ਵਾਲੇ ਮਹਾਂਪੁਰਖ ਸੀਗੇ। ਅਤੇ ਘਰੇ ਜਿਵੇਂ ਰੁੱਖਾ ਮਿੱਸਾ, ਘਰ ਵਾਲੇ ਨਾਲ ਹਲ ਵਾਹੁਣ ਜਾਣਾ, ਤੂੰ ਬੱਚੇ ਨੂੰ ਭੇਜਣਾ। ਇੱਕ ਦਿਨ ਉਹਦੇ ਮਨ 'ਚ ਆਏ, ਸਾਡੀ ਮਾਤਾ ਉਹ ਸੰਤ ਵਿਹਲੜਿਆ, ਉਹ ਲਈ ਤਾਂ ਮੱਖਣ ਮਲਾਈਆਂ ਪਰੌਠੇ ਭੇਜਦੀ ਹੈ, ਅਤੇ ਮੇਰਾ ਹਲ ਵਾਹੁੰਦਾ ਸੁੱਕੀਆਂ ਰੋਟੀਆਂ ਹੀ ਭੇਜਦੀ ਹੈ, ਦੁੱਪੜ ਜਾ ਮੈਨੂੰ ਵੀ। ਉਹ ਕਹਿੰਦਾ ਚੱਲ ਉੱਥੇ ਕੀ ਲਿਜਾਣਾ ਸੰਤ ਕੋ, ਆਪਾਂ ਹੀ ਛਕ ਲੈਂਦੇ ਹਾਂ। ਹੁਣ ਛਕ ਲਿਆ। ਉਹ ਛਕ ਲਿਆ ਜਿਲੇ, ਅਤੇ ਢਿੱਡ 'ਚ ਦਰਦ ਹੋਣ ਲੱਗ ਪਈ, ਅਡਾਟ ਪਵੇ। ਉਹ ਹਲ ਵਾਹੁੰਦੇ ਨੇ ਦੇਖਿਆ ਵੀ ਆਵਾਜ਼ ਤਾਂ ਆਪਣੇ ਬੇਟੇ ਦੀ ਹੈ, ਬੱਚੇ ਦੀ ਹੈ। ਉਹ ਆਇਆ, ਢਿੱਡ ਢੁੱਡ ਮਲਿਆ, ਕਿੱਥੇ ਚੂਰਨ ਦਵਾਇਆ, ਦਵਾਈ ਬੂਟੀ, ਫਾਂਡਾ ਛਾਂਡਾ ਕਰਾਇਆ, ਆਰਾਮ ਨਾਲ ਆਇਆ। ਗਲੇਟੀਆਂ ਖਾਈ ਹੈ, ਘਰ ਚੁੱਕ ਲਿਆਇਆ, ਮੰਜੇ 'ਤੇ ਪਾ ਤਾ। ਦਰਦ ਹੋਵੇ, ਬੀਬੀ ਨੇ ਕਿਹਾ ਕੋਈ ਦਵਾਈ ਨਹੀਂ ਦਵਾਈ? ਦਵਾਈ ਹੈ। ਫਾਂਡਾ ਛਾਂਡਾ ਕਰਾਇਆ, ਕਿ ਨਹੀਂ ਆਰਾਮ ਨਹੀਂ ਆਇਆ। ਕਹਿੰਦੇ ਕਿਤੇ ਉਹ ਸੰਤਾਂ ਵਾਲੇ ਪਰੌਠੇ ਤਾਂ ਨਹੀਂ ਖਾ ਲੈ? ਕਹਿੰਦੇ ਖਾਧੇ ਹੈ। ਕਹਿੰਦੇ ਹਾਲੇ ਤੁਹਾਡੀ ਪਰਾਰਬਧ ਬਣੀ ਨਾ ਪਰੌਠਿਆਂ ਵਾਲੀ, ਤੂੰ ਪਹਿਲਾਂ ਹੀ ਖਾ ਲੈ। ਮੈਂ ਤਾਂ ਖਿਲਾਉਂਦੀ ਸੀ ਬੰਦਗੀ ਵਾਲਿਆਂ ਨੂੰ, ਤੁਹਾਡੀ ਪਰਾਰਬਧ ਪਰੌਠਿਆਂ ਵਾਲੀ ਬਣ ਜਾਏ, ਤੂੰ ਪਹਿਲਾਂ ਹੀ ਖਾ ਲੈ, ਅਤੇ ਢਿੱਡ ਦੁਖਣਾ ਹੀ ਸੀ। ਤਾਂ ਸੇਵਾ ਕਰਦੀ ਸੀ ਸੰਗਤ ਦੀ, ਤੁਹਾਡੀ ਪਰੌਠਿਆਂ ਵਾਲੀ ਪਰਾਰਬਧ ਬਣ ਜਾਏ, ਤੂੰ ਪਹਿਲਾਂ ਹੀ ਖਾ ਲੈ, ਫਿਰ ਤਾਂ ਢਿੱਡ ਦੁਖਣਾ ਹੀ ਸੀ। ਕਿਉਂਕਿ ਆਪਣਾ ਪੁੰਨ ਹੀ ਮਿਲਣਾ ਨਾ, ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀ ਹੈ। ਇਸ ਕਰਕੇ ਸਾਧ ਸੰਗਤ ਜੀ ਫਿਰ ਉਹ ਪੁੰਨਦਾਨ ਨੂੰ ਲਾ ਦਿੱਤੇ। ਇਸ ਤਰ੍ਹਾਂ ਹੁਣ ਜਿਹੜੇ ਉਹ ਬਾਲਕ ਜਿਹੜਾ ਸੀ, ਬਚਨ ਸ਼ੁਰੂ ਹੋਇਆ ਸੀ ਕਿ ਜਿਹੜੀ ਮਾਤਿਆ ਇਹ ਗੁਰੂ ਮਹਾਰਾਜ ਦੇ ਦਿੱਤਿਆਂ ਆਉਂਦੀ ਹੈ, ਜਿੱਤੇ ਉਹ ਮਿਹਰ ਕਰੇ, ਸ੍ਰੇਸ਼ਟ ਬੁੱਧੀ ਉਹਨੂੰ ਮਿਲਦੀ ਹੈ। ਜੇ ਤਾਂ ਵੀ ਤੁਸੀਂ ਕਥਾ ਸੁਣਨੀ ਹੈ ਫਿਰ ਤਾਂ ਬਹਿ ਜਾਓ, ਅਤੇ ਜੇ ਇੱਕ ਜਣਾ ਉੱਠ ਗਿਆ, ਇੱਕ ਜਣਾ ਬਹਿ ਗਿਆ, ਫਿਰ ਸਵਾਦ ਨਹੀਂ ਆਉਣਾ। ਛੁੱਟੀ ਛੇਤੀ ਦੇ ਦਿਆਂਗੇ, ਘਬਰਾਓ ਨਾ। ਹੁਣ ਕਲਾਸ ਲੱਗੀ ਹੈ, ਇਹ ਕੋਈ ਵਿਦਿਆਰਥੀ ਬਹਿ ਜਾਏ, ਕੋਈ ਉੱਠ ਜਾਏ, ਫਿਰ ਉਹ ਕਲਾਸ ਵਾਲਾ ਤਾਂ ਨਿਯਮ ਰਹਿੰਦਾ ਨਹੀਂ। ਸਿੱਖਣ ਲਈ ਆਓ, ਸਿੱਖ ਕੇ ਜਾਓ, ਗਾਹਾਂ ਵੀ ਸਿਖਾਓ। ਇਹ ਫਿਰ ਇਹ ਗੱਲ ਬਣੇਗੀ ਨਾ। ਇਸ ਵਾਸਤੇ ਐਨ ਟਿਕਾ ਵਿੱਚ ਬਹਿ ਜਾਓ, ਫਿਰ ਮੈਨੂੰ ਵੀ ਰਾਸ ਆਊਗਾ, ਤੁਹਾਨੂੰ ਵੀ। ਹੁਣ ਆਹ ਦੇਖੋ ਚੈਨਲ ਵਾਲੇ ਗੁਰੂ ਪਿਆਰੇ, ਉਹਨੇ ਵੀ ਉਦਮ ਕੀਤਾ। ਇਹ ਤੁਹਾਡੀ ਜਿਹੜੀ ਚਰਚਾ ਨਾ, ਇਹਨਾਂ ਨੇ ਸਾਰੇ ਵਰਲਡ ਵਿੱਚ ਭੇਜਣੀ ਹੈ, ਅਤੇ ਜੇ ਹੋਂ ਕਰਦੇ ਰਹੇ ਫਿਰ ਕਹਿਣਗੇ ਵੀ ਇਹਨਾਂ 'ਚ ਸੰਗਤ ਵਾਲਾ ਕੋਈ ਪ੍ਰੋਗਰਾਮ ਇਹ ਹੈ ਨਹੀਂ, ਸਮਝੇ। ਇਸ ਕਰਕੇ ਅੰਤਰ ਗੁਰ ਆਰਾਧਨਾ, ਜੇਹਵਾ ਜਪ ਗੁਰ ਨਾਓ, ਨੇਤਰੀ ਸਤਿਗੁਰ ਪੇਖਣਾ, ਸ਼ਰਾਵਣੀ ਸੁਨਣਾ ਗੁਰ ਨਾਓ। ਸਤਿਗੁਰ ਸੇਤੀ ਰਤਿਆਂ, ਦਰਗਹਿ ਪਾਈਐ ਠਾਓ। ਇਹ ਤਾਂ ਹੋ ਰਿਹਾ ਨਾ, ਬਾਬਾ ਆਨੰਦ ਸਿੰਘ ਉੱਥੇ ਖੂਨੀ ਨਾਲਾ ਦਿੱਲੀ, ਅਤੇ ਗੁਰੂ ਮਹਾਰਾਜ ਟੀਨਾਂ ਦੇ ਕਮਰਾ ਬਣਾ ਕੇ ਪ੍ਰਕਾਸ਼ਮਾਨ ਸੀ। ਜਿਉਂ ਚੌਂਕੜਾ ਲਾਇਆ, 8 ਦਿਨ ਖੋਲ੍ਹਿਆ ਹੀ ਨਾ। ਰਾਗੀ ਆਈ ਜਾਣ, ਕੀਰਤਨ ਹੋਈ ਜਾਏ। ਵਰਸ਼ਾ ਇੰਨੀ ਆ ਗਈ, ਪੱਧਰੇ ਬੈਠੇ, ਬਾਜਿਆਂ ਦੇ ਪੱਖੇ ਖੁੱਲ੍ਹ ਗਏ, ਜੋੜੀਆਂ ਦੇ ਧਾਮੇ ਖੁੱਲ੍ਹ ਗਏ, ਸੰਤ ਸਮਾਧੀ 'ਚ ਬੈਠੇ। 8 ਦਿਨ ਮੀਂਹ ਬੰਦ ਨਹੀਂ ਹੋਇਆ, ਸੰਤ ਵੀ ਨਹੀਂ ਹਿੱਲੇ, ਸੰਗਤ ਵੀ ਨਹੀਂ ਹਿੱਲੀ। 8ਵੇਂ ਦਿਨ ਮਹਾਂਪੁਰਸ਼ਾਂ ਨੇ ਨੇਤਰ ਖੋਲ੍ਹੇ, ਕਹਿੰਦੇ ਵਿਛਾਈ ਇੰਦਰ ਵੀ ਜ਼ੋਰ ਲਾ ਕੇ ਚਲੇ ਗਿਆ, ਪਰ ਗੁਰੂ ਨਾਨਕ ਦੀ ਸੰਗਤ ਦੀ ਬਿਰਤੀ ਨਹੀਂ ਤੋੜ ਸਕਿਆ। ਗੱਜ ਕੇ ਬੋਲੋ। ਜੇ ਸੰਗਤ ਬਣ ਜਾਈਏ ਫੇਰ ਗੱਲ ਬਣਨੀ ਆ। ਸੋ ਇਸ ਵਾਸਤੇ ਸਾਧ ਸੰਗਤ ਜੀ
ਹੁਣ ਇਸ਼ਨਾਨ ਪਾਨ ਕਰਾਇਆ, ਕਹਿੰਦਾ ਇਸ਼ਨਾਨ ਕਰਨਾ, ਕਰ ਲਿਆ, ਵਸਤਰ ਬਦਲ ਲੈ। ਕਹਿੰਦੇ ਤਿਆਰੀ ਹੈ, ਕਹਿੰਦੇ ਹਾਂ ਜੀ ਤਿਆਰੀ ਹੈ। ਕਰੋ ਛੇਤੀ, ਦਿਓ ਬਲੀ, ਤੁਹਾਡੇ ਪੁੱਤਰ ਹੋ ਜਾਏ, ਰਾਜ ਦਾ ਵਾਰਸ ਆ ਜਾਏ। ਇਹਨੂੰ ਚੰਗੀ ਗੱਲ ਕਿਹੜੀ ਹੈ, ਸਾਡਾ ਰਾਜ ਸੁਣਨਾ ਨਹੀਂ ਜਾਏਗਾ। ਸੋ ਸਾਧ ਸੰਗਤ ਜੀ, ਬੱਚੇ ਨੇ ਇਸ਼ਨਾਨ ਕਰਕੇ ਨਾ, ਨਦੀ ਸੀ, ਉਹ ਬਰੇਤਾ ਸੀ, ਤੇ 4 ਢੇਰੀਆਂ ਬਣਾਈਆਂ। ਪਹਿਲੀ ਢੇਰੀ ਵੱਲ ਦੇਖਿਆ, ਢਾਹ ਦਿੱਤੀ। ਦੂਜੀ ਢੇਰੀ ਵੱਲ ਦੇਖਿਆ, ਉਹ ਵੀ ਢਾਹ ਦਿੱਤੀ। ਤੀਜੀ ਵੱਲ ਦੇਖਿਆ, ਉਹ ਵੀ ਢਾਹ ਦਿੱਤੀ। ਚੌਥੀ ਤੇ 4 ਪਰਿਕਰਮਾ ਕਰਕੇ ਆ ਗਿਆ, ਐਨ ਖੁਸ਼ੀ ਖਿੜਿਆ ਪਿਆ, ਦਗ ਦਗ ਚਿਹਰਾ ਕਰੇ। ਲਓ ਮਹਾਰਾਜ, ਮੈਂ ਤੁਹਾਡੇ ਲਈ ਕੁਰਬਾਨ ਹੋਣ ਲਈ ਤਿਆਰ ਹਾਂ, ਤੁਹਾਡੇ ਪੁੱਤਰ ਹੋ ਜਾਏ। ਤੇ ਹੁਣ ਚੌਥੀ ਢੇਰੀ ਕਾਹਦੀ ਹੁੰਦੀ ਹੈ? ਪਹਿਲੀ ਸੀ ਮਾਂ ਪਿਓ ਦੀ। ਜਦੋਂ ਕੋਈ ਬੱਚੇ ਨੂੰ ਝਿੜਕੇ ਝੁੜਕੇ ਤੇ ਉਹ ਮਾਂ ਪਿਓ ਦੇ ਗਲ ਲੱਗਦਾ ਨਾ, ਉਹ ਫਿਰ ਕਹਿੰਦੇ ਸਾਡੇ ਬੱਚੇ ਨੂੰ ਕਿਉਂ ਘੂਰਿਆ, ਕਿਉਂ ਤਾੜਿਆ, ਕੀ ਗੱਲ ਆ ਵੀ? ਉਹ ਨਹੀਂ ਵੇਚ ਦਿੱਤਾ ਮਾਇਆ ਲਈ, ਉਹ ਤਾਂ ਢੇਰੀ ਢਹਿ ਗਈ ਨਾ। ਦੂਜਾ ਜਿਹਨੂੰ ਪਰਿਵਾਰ ਤੋਂ ਮਾਂ ਪਿਓ ਤੋਂ ਨਿਆਂ ਨਾ ਮਿਲੇ, ਫਿਰ ਅਦਾਲਤ ਦਾ ਕੁੰਡਾ ਖੜਕਾਉਣਾ ਪੈਂਦਾ। ਤੇ ਰਾਜਾ ਖੁਦ ਕਹਿੰਦਾ, ਜਲਾਦ ਤਿਆਰ ਕੀਤਾ ਹੋਇਆ ਦੇਵੀ ਦੇ ਮੰਦਿਰ 'ਚ ਬਲੀ ਦੇਣ ਵਾਸਤੇ, ਰਾਜੇ ਦੀ ਢੇਰੀ ਵੀ ਢਾਤੀ, ਹੁਣ ਨਿਆਂ ਕਿਨ ਦੇਣਾ? ਰਾਜਾ ਖੂਨ ਦਾ ਪਿਆਸਾ ਹੋਇਆ। ਤੀਜੀ ਦੇਵੀ ਦੇਵਤਿਆਂ ਦੀ ਦੇਵੀ ਵੀ ਉਡੀਕ ਰਹੀ ਹੈ, ਕਾਲੀ ਕਲਕੱਤੇ ਵਾਲੀ, ਵੀ ਕਦੋਂ ਚੀਂਡ ਲਾ ਕੇ ਬਾਟਾ ਪੀਵਾਂ, ਉਹ ਵੀ ਉਡੀਕ ਰਹੀ ਹੈ। ਕਹਿੰਦੇ ਉਹ ਵੀ ਢੇਰੀ ਢਾਤੀ। ਚੌਥੀ ਹੈ ਅਕਾਲ ਪੁਰਖ ਦੀ ਢੇਰੀ। ਆ ਲਓ, ਪੜ੍ਹ ਲਓ ਸਾਰੇ। ਮੈਂ ਤੱਕਿਆ ਆਸਰਾ ਤੇਰਾ, ਹੋਰ ਸਭ ਢਈਆਂ ਢੇਰੀਆਂ। ਮੈਂ ਤੱਕਿਆ ਆਸਰਾ ਤੇਰਾ, ਹੋਰ ਸਭ ਢਈਆਂ ਢੇਰੀਆਂ। ਤੱਕਿਆ ਆਸਰਾ ਤੇਰਾ, ਹੋਰ ਸਭ ਢਈਆਂ ਢੇਰੀਆਂ। ਮੈਂ ਗੱਜ ਕੇ ਬੋਲੋ, ਹੋਰ ਸਭ ਢਈਆਂ ਢੇਰੀਆਂ। ਮੈਂ ਤੱਕਿਆ ਆਸਰਾ ਤੇਰਾ, ਹੋਰ ਸਭ ਢਾਈਆਂ ਢੇਰੀਆਂ। ਤੱਕਿਆ ਆਸਰਾ ਤੇਰਾ, ਹੋਰ ਸਭ ਢਾਈਆਂ ਢੇਰੀਆਂ। ਮੈਂ ਤੱਕਿਆ ਆਸਰਾ ਤੇਰਾ, ਹੋਰ ਸਭ ਢਾਈਆਂ ਢੇਰੀਆਂ। ਮੈਂ ਤੱਕਿਆ ਆਸਰਾ ਤੇਰਾ, ਹੋਰ ਸਭ ਢਾਈਆਂ ਢੇਰੀਆਂ। ਪਿਆਰੇ ਜੀ, ਹੋਰ ਸਭ ਢਾਈਆਂ ਢੇਰੀਆਂ। ਪਿਆਰੇ ਜੀ, ਹੋਰ ਸਭੇ ਢਾਈਆਂ ਢੇਰੀਆਂ। ਪਿਆਰੇ ਜੀ, ਹੋਰ ਸਭ ਢਾਈਆਂ ਢੇਰੀਆਂ। ਪਿਆਰੇ ਜੀ, ਹੋਰ ਸਭ ਢਾਈਆਂ ਢੇਰੀਆਂ। ਪਿਆਰੇ ਜੀ, ਹੋਰ ਸਭੇ 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 ਢਾਈਆਂ ਢੇਰੀਆਂ। ਮੈਂ ਤੱਕਿਆ ਆਸਰਾ ਤੇਰਾ, ਹੋਰ ਸਭੇ ਢਾਈਆਂ ਢੇਰੀਆਂ। ਤੱਕਿਆ ਆਸਰਾ ਤੇਰਾ, ਹੋਰ ਸਭੇ ਢਾਈਆਂ ਢੇਰੀਆਂ। ਮੈਂ ਤੱਕਿਆ ਆਸਰਾ ਤੇਰਾ, ਹੋਰ ਸਭੇ ਢਾਈਆਂ ਢੇਰੀਆਂ। ਮੈਂ ਤੱਕਿਆ ਆਸਰਾ ਤੇਰਾ, ਹੋਰ ਸਭੇ ਢਾਈਆਂ ਢੇਰੀਆਂ। ਜਦੋਂ ਚੌਥੀ ਢੇਰੀ ਨੂੰ ਪਰਿਕਰਮਾ ਕਰਕੇ ਤੁਰਿਆ, ਲਓ ਮਹਾਰਾਜ ਹਾਜ਼ਰ ਹਾਂ, ਦੇਵੀ ਦੇ ਮੰਦਿਰ ਚਲਾਇਆ, ਚਲੋ ਦਿਓ ਕੁਰਬਾਨੀ। ਥਾਲ ਵਿੱਚ ਨਾਰੀਅਲ ਰੱਖਿਆ, ਸਾਰੀ ਸਮੱਗਰੀ ਤਿਆਰ ਆ, ਜਲਾਦ ਵੀ ਤਿਆਰ ਆ। ਰਾਜਾ ਕਹਿੰਦਾ ਕਮਾਲ ਦੀ ਗੱਲ ਆ, ਕਿਤਨਾ ਵਿਸ਼ਵਾਸ ਵਾਲਾ ਬਾਲਕ, ਇਹ ਮੈਨੂੰ ਵੀ ਪਤਾ ਪੁੱਤ ਮਾਰ ਕੇ ਪੁੱਤ ਨਹੀਂ ਮਿਲਣਾ। ਕਹਿੰਦੇ ਬਈ ਦਾ ਹੁਣ ਦੁਬਾਰਾ ਇਸ਼ਨਾਨ ਕਰਾਓ। ਇਸ਼ਨਾਨ ਕਰਾ, ਰਾਜਸੀ ਵਸਤਰ ਪਹਿਨਾਤੇ,
ਤੇ ਤਖਤ ਤੇ ਬਹਾਲ ਕੇ ਪੰਡਤ ਆ ਗਏ। ਉਸੇ ਵੇਲੇ ਆ ਗਈ ਸਮੱਗਰੀ ਪੂਜਾ ਦੀ। ਉਸੇ ਵੇਲੇ ਕੇਸਰ ਚੰਦਨ ਦਾ ਤਿਲਕ ਲਾ ਕੇ ਤੇ ਯੁਵਰਾਜ ਪਦ ਦੀ ਘੋਸ਼ਣਾ ਕਰਤੀ, ਅੱਜ ਤੋਂ ਮੇਰੇ ਤੋਂ ਬਾਅਦ ਤੁਹਾਡਾ ਰਾਜਾ ਇਹ ਹੋਏਗਾ। ਜੇ ਪ੍ਰਭੂ ਦੀ ਸ਼ਰਨ ਲੈ ਲਈਏ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ। ਜਦੋਂ ਪ੍ਰਭੂ ਦੀ ਸ਼ਰਨ ਵਿੱਚ ਆ ਜਾਈਏ ਸਾਰੇ ਭੈ ਲੈ ਜਾਂਦੇ ਆ। ਸਿੰਘ ਸ਼ਰਨ ਕਤ ਜਾਈਐ ਜੋ ਜੰਬਕ ਗਰਾਸੈ। ਜੇ ਸ਼ੇਰ ਦੀ ਸ਼ਰਨ ਚਲੇ ਫਿਰ ਜੰਬਕ ਗਿੱਦੜਾਂ ਦਾ ਕੀ ਡਰ ਹੈ। ਕਈ ਕਹਿੰਦੇ ਜੀ ਮੈਨੂੰ ਭੂਤ ਚਿੰਬੜਿਆ, ਚੜੇਲ ਡਰਾਉਂਦੀ ਹੈ। ਉਹਨਾਂ ਨੂੰ ਪੁੱਛੀਏ ਵੀ ਜਿੱਥੇ ਸ਼ੇਰ ਬੈਠਾ ਹੋਵੇ ਕੁੱਤਾ ਆਏਗਾ? ਆ ਜਾਏਗਾ। ਤੇ ਜੇ ਹਿਰਦੇ 'ਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਹਾਲ ਲਾਂਗੇ, ਉੱਥੇ ਭੂਤਾਂ ਭਰੇਤਾਂ ਦਾ ਕੰਮ ਹੈ ਕੋਈ? ਤੇ ਜੇ ਹੁਣ ਖਾ ਪੀ ਕੇ ਨਸ਼ੇ ਪੱਤੇ ਆਪੇ ਹੀ ਭੂਤ ਬਣੇ ਆ, ਫਿਰ ਤਾਂ ਆਉਣਾ ਹੀ ਆ ਉਹਨਾਂ ਨੇ, ਕਿਉਂਕਿ ਆਪਣਾ ਭਾਈਚਾਰਾ ਅਗਲਾ ਲਾਈਦਾ ਹੀ ਹੁੰਦਾ। ਸੋ ਇਸ ਵਾਸਤੇ ਭਾਈ ਫਿਰ ਇਹ ਆ ਨਾ ਕਿ ਜਦੋਂ ਗੁਰੂ ਕੀ ਸ਼ਰਨ ਲੈ ਲਈਏ ਨਾ, ਸਾਰੇ ਭੈ ਲੱਥ ਜਾਂਦੇ, ਲੈ ਜਾਂਦੇ, ਦੂਰ ਹੋ ਜਾਂਦੇ ਹਨ। ਦੁਖ ਬਿਨ ਸੇ ਸੁਖ ਪਾਇਆ। ਦੁੱਖ ਸਾਰੇ ਨਾਸ ਹੋ ਜਾਂਦੇ ਆ ਤੇ ਸੁਖ ਸਰੂਪ ਆਤਮਾ ਗਿਆਨ ਪਰਮਾਤਮਾ ਦੀ ਪ੍ਰਾਪਤੀ ਨਾਲ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ। ਦਿਆਲ ਹੁਆ ਪਾਰ ਬ੍ਰਹਮ ਸੁਆਮੀ। ਜਦੋਂ ਅਸੀਂ ਉਹਦੇ ਤੇ ਭਰੋਸਾ ਦ੍ਰਿੜ ਵਿਸ਼ਵਾਸ ਕਰਾਂਗੇ, ਬੁਰੇ ਕੰਮ ਛੱਡ ਕੇ ਪਵਿੱਤਰ ਕਾਰਜ ਕਰਾਂਗੇ, ਤੇ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਖਿਦਮਤ ਨੂੰ ਦੇਖ ਕੇ ਸਾਡੇ ਤੇ ਦਿਆਲੂ ਕਿਰਪਾਲੂ ਹੋ ਜਾਣਗੇ। ਪੂਰਾ ਸਤਿਗੁਰ ਧਿਆਇਆ। ਉਹ ਗੁਰਮੁਖ ਪਿਆਰੇ ਪੂਰੇ ਸਤਿਗੁਰਾਂ ਤੋਂ ਉਪਦੇਸ਼ ਲੈ ਕੇ ਉਸ ਨਿਰੰਕਾਰ ਪਰਮੇਸ਼ਰ ਨੂੰ ਧਿਆਉਂਦੇ ਹਨ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ। ਇਹ ਮੇਰੇ ਪ੍ਰਭੂ ਜੀਓ ਸਤਿਕਾਰਯੋਗ, ਤੁਸੀਂ ਸਾਡੇ ਦਾਤੇ ਹੋ। ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ। ਹੋਛਾ ਸ਼ਾਹੁਨ ਕੀਚੇ ਜਿਤ ਅੰਤ ਪਛੋਤਾਈਏ। ਹੁਣ ਕਈ ਅੰਮ੍ਰਿਤ ਛਕ ਲੈਂਦੇ ਆ, ਬਾਅਦ 'ਚ ਫਿਰ ਕਹਿੰਦੇ ਅਸੀਂ ਫਲਾਣੇ ਥੇ ਮੰਤਰ ਲਿਆ, ਉੱਥੇ ਜਾਂਦੇ ਆ, ਗੁਰੂ ਘਰ ਦੀ ਸੰਗਤ ਛੱਡ ਬਹਿੰਦੇ ਆ। ਤੇ ਜਿਹੜਾ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦੇ ਘਰੋਂ ਭੁੱਖਾ ਗਿਆ ਨਾ, ਉਹਨੇ ਕਿਤੇ ਨਹੀਂ ਰਜਣਾ। ਇਸ ਕਰਕੇ ਜਿਹੜੇ ਗੁਰਮੁਖ ਪਿਆਰੇ ਆ ਉਹ ਪੂਰੇ ਸਤਿਗੁਰਾਂ ਦਾ ਉਪਦੇਸ਼ ਲੈ ਕੇ ਉਹਨੂੰ ਧਿਆਉਂਦੇ ਆ, ਆਰਾਧਨਾ ਕਰਦੇ। ਹੈ ਪ੍ਰਭੂ ਜੀਓ ਤੁਸੀਂ ਸਾਡੇ ਸਾਹਿਬ ਵੀ ਹੋ ਤੇ ਦਾਤੇ ਮਾਲਕ ਵੀ ਹੋ, ਦਾਤਾਂ ਦੇਣ ਵਾਲੇ। ਕਰ ਕਿਰਪਾ ਪ੍ਰਭ ਦੀਨ ਦਿਆਲਾ। ਇਹ ਦੀਨਾਂ ਤੇ ਦਇਆ ਕਰਨ ਵਾਲੇ ਸਾਡੇ ਤੇ ਕਿਰਪਾ ਮਿਹਰ ਬਖਸ਼ਿਸ਼ ਕਰ ਦੇਣਾ ਕਰੋ। ਗੁਣ ਗਾਵੋ ਰੰਗ ਰਾਤਾ। ਤੇਰੇ ਰੰਗ ਵਿੱਚ ਰੱਤੇ ਹੋਏ ਦਿਨ ਰਾਤ ਤੇਰੇ ਪਵਿੱਤਰ ਗੁਣਾਂ ਨੂੰ ਗਾਉਂਦੇ ਰਹੀਏ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ। ਸਤਿਗੁਰ ਨਾਮ ਨਿਧਾਨ ਦ੍ਰਿੜਾਇਆ। ਸਤਿਗੁਰੂ ਨੇ ਇਹ ਜਿਹੜਾ ਨਾਮ ਦਾ ਨਿਧਾਨ ਖਜ਼ਾਨਾ ਨਾ ਦ੍ਰਿੜ ਕਰਾ ਦਿੱਤਾ ਵੀ ਜੇ ਤੈਨੂੰ ਕੋਈ ਬਰਕਤ ਮਿਲਣੀ ਹੈ ਇਹਦੇ ਚੋਂ ਮਿਲਣੀ ਹੈ, ਐਵੇਂ ਭਟਕਦਾ ਨਾ ਫਿਰੀ। ਸੋਧ ਸੋਧ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਧ ਸਾਧ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ। ਜਤ ਕਤ ਮੋਹਿ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨ ਸਾਕੈ ਜਾਲੇ। ਨਿਰਧਨ ਕੋ ਤਨੰਦ ਲੈ ਕੋ ਟਿਕ, ਮਾਤ ਦੂਧ ਜੈਸੇ ਬਾਲੇ। ਸਾਗਰ ਮੈਂ ਬਹੁਤ ਪਾਇਓ ਹਰ ਨਾਮ, ਕਰੀ ਕਿਰਪਾ ਕਿਰਪਾਲੇ। ਉਹ ਦਿਆਲੂ ਆ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਕਿ ਭਾਈ ਗੁਰਮੁਖ ਪਿਆਰਿਓ ਉਹਨਾਂ ਦੇ ਮਹਾਨ ਬਖਸ਼ਿਸ਼ ਹੋ ਜਾਂਦੀ ਹੈ। ਚਿੰਤਾ ਸਗਲ ਬਨਾਸੀ। ਜਿੰਨੀਆਂ ਵੀ ਚਿੰਤਾ, ਕਈਆਂ ਨੂੰ ਹੁੰਦਾ ਲੜਕੀ ਲੜਕੇ ਦਾ ਵਿਆਹ ਨਹੀਂ ਹੁੰਦਾ, ਨੌਜਵਾਨ ਲੜਕੀ ਹੋਵੇ ਵੀ ਚਿੰਤਾ ਹੁੰਦੀ, ਕਰਜ਼ਾ ਦੇਣਾ ਹੋਵੇ, ਕੋਈ ਦੀਰਘ ਰੋਗ ਲੱਗ ਜਾਏ, ਸਿਰ ਤੇ ਦੁਸ਼ਮਣ ਖੜਾ ਹੋਵੇ, ਇਹ ਚਾਰ ਬੰਦਿਆਂ ਨੂੰ ਨੀਂਦ ਨਹੀਂ ਆਉਂਦੀ। ਇਹ ਚਿੰਤਾ ਹੈ। ਜੇ ਤਾਂ ਟਿੱਪੀ ਲਾ ਦਈਏ ਫਿਰ ਚਿਤਾ ਬਣ ਜਾਂਦੀ ਹੈ। ਸਾਰੀਆਂ ਚਿੰਤਾ ਨਾਸ ਹੋ ਜਾਂਦੀਆਂ ਹਨ। ਕਰ ਕਿਰਪਾ ਆਪਣੋ ਕਰ ਲੀਨਾ। ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪਣੇ ਪਿਆਰਿਆਂ ਨੂੰ ਆਪਣੇ ਬਣਾ ਲੈਣਾ ਕੀਤਾ ਹੈ। ਮਨ ਵਸਿਆ ਅਵਨਾਸੀ। ਉਹਨਾਂ ਦੇ ਮਨ 'ਚ ਅਵਨਾਸੀ, ਬਨਾਸ਼ੀ ਦੇ ਮੂਹਰੇ ਐੜਾ ਲਾਤਾ ਨਾ, ਇਹ ਬਣ ਗਿਆ ਅਵਨਾਸ਼ੀ। ਅੱਜ ਨਾ ਸੰਸਾਰੇ ਦਾ ਬਨਾਸੀ, ਨਾ ਰਜ ਬਨਾਸੀ, ਤਮ ਬਨਾਸੀ, ਸਾਧਕ ਵੀ ਬੇਨਾਦਾ।
ਉਹ ਅਵਿਨਾਸ਼ੀ ਹੈ, ਉਹ ਨਾਸ ਨਹੀਂ ਹੁੰਦਾ। ਉਹ ਜਿਹੜਾ ਅਵਿਨਾਸੀ ਨਾ ਨਾਸ ਹੋਣ ਵਾਲਾ ਪਰਮੇਸ਼ਰ, ਉਹ ਉਹਨਾਂ ਦੇ ਮਨ 'ਚ ਵਸ ਗਿਆ। ਪ੍ਰਹਲਾਦ ਦੇ ਮਨ 'ਚ ਵਸਿਆ ਨਾ, ਉਹਨੂੰ ਨਾਸ ਕਰਨ ਵਾਸਤੇ ਹਰਨਾਕਸ਼ ਨੇ ਥੋੜ੍ਹੇ ਟਿੱਲ ਲਾਏ, ਪਰ ਉਹਦੇ ਮਨ 'ਚ ਅਵਿਨਾਸੀ ਵਸਦਾ ਸੀ। ਜਦ ਉਹ ਨਹੀਂ ਨਾਸ ਹੁੰਦਾ ਤਾਂ ਜਿਹੜਾ ਉਹਦੇ ਹਿਰਦੇ 'ਚ ਵਸ ਰਿਹਾ ਉਹਨੂੰ ਨਾਸ ਕਿਵੇਂ ਹੋਣ ਦੇਵੇਗਾ। ਉਹਨਾਂ ਦੇ ਮਨ 'ਚੋਂ ਅਵਿਨਾਸੀ ਜਿਹੜਾ ਨਾਸ ਨਹੀਂ ਹੁੰਦਾ, ਉਹਦਾ ਨਿਵਾਸ ਹੋ ਗਿਆ ਹੈ। ਤਾ ਕੋ ਬਿਗਨ ਨਾ ਕੂ ਲਾਗੈ। ਐਸੇ ਜਿਹੜੇ ਗੁਰਮੁਖ ਪਿਆਰੇ, ਪਹਿਲੀ ਗੱਲ ਤਾਂ ਬਿਗਨ ਆਉਂਦਾ ਹੀ ਨਹੀਂ, ਜੇ ਆ ਜਾਏ ਤੇ ਬਿਗਨ ਲੱਗਦਾ ਹੀ ਨਹੀਂ। ਉਹ ਸਾਰਾ ਪਾਉਣ ਦੇ ਬੋਲੇ ਮੂੰਹ ਉੱਡ ਅੜਾ ਜਾਂਦਾ। ਕਿਸੇ ਪ੍ਰਕਾਰ ਦਾ ਬਿਗਨ ਨਾ ਕੋ ਲਾਗਤਾ, ਜਾ ਕੀ ਪ੍ਰਭ ਪੈ ਅਰਦਾਸ। ਚੰਗੇ ਕੰਮਾਂ 'ਚ ਵੀ ਕਈ ਵਾਰੀ ਬਿਗਨ ਪਾਉਣ ਵਾਲੇ ਪਾਉਂਦੇ ਰਹਿੰਦੇ ਆ, ਬੁਰਿਆਂ 'ਚ ਤਾਂ ਹੈ ਹੀ। ਪਰ ਜਿਨ੍ਹਾਂ ਨੂੰ ਗੁਰੂ ਦੀ ਓਟ ਆ, ਉਹ ਆਪਣੇ ਆਨੰਦ ਸਰੂਪ 'ਚ ਰਹਿੰਦੇ ਆ। ਜੇ ਕੋਈ ਨਿੰਦਾ ਕਰਦੇ, ਉਹਦਾ ਉੱਤਰ ਦੇਣ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਕਹਿੰਦੇ ਉਹਦੀ ਇਹ ਡਿਊਟੀ ਹੈ, ਸਾਡੀ ਡਿਊਟੀ ਹੈ ਭਲਾ ਕਰਨ ਦੀ। ਇਸ ਵਾਸਤੇ ਸਾਧ ਸੰਗਤ ਜੀ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਲੱਗਦਾ ਹੈ। ਜੋ ਸਤਿਗੁਰ ਆਪਣੇ ਰਾਖੇ। ਜੋ ਜਿਨ੍ਹਾਂ ਨੂੰ ਆਪਣੇ ਸਤਿਗੁਰਾਂ ਨੇ ਕਿਰਪਾ ਕਰਕੇ ਹੱਥ ਦੇ ਕੇ ਰੱਖ ਲਿਆ। ਕਹਿੰਦੇ ਲਾਹੌਰ ਦੇ ਅੰਦਰ ਮੀਰ ਮਨੂੰ ਕਹਿੰਦਾ ਕੋਈ ਸਿੱਖ ਤਾਂ ਨਹੀਂ ਰਹਿ ਗਿਆ, ਮੈਂ ਬੀਜ ਨਾਸ ਕਰ ਦਿੱਤਾ। CID ਵਾਲਿਆਂ ਨੂੰ ਡਿਊਟੀ ਲਾਤੀ, ਪਤਾ ਲਓ। ਉਹ ਕਹਿੰਦੇ ਬੀਜ ਨਾਸ ਤਾਂ ਕੀ ਹੋਣਾ, ਤੇਰੇ ਲਾਹੌਰ 'ਚ ਇਹ ਹੈਗੇ ਆ। ਕਹਿੰਦੇ ਉਹ ਕਿਵੇਂ? ਕਹਿੰਦੇ ਜਿਹੜੇ ਘਰ ਵਿੱਚ ਨਾ 1 ਵਜੇ ਇਸ਼ਨਾਨ ਕਰਨ ਵਾਸਤੇ ਖੂਹ 'ਤੇ ਡੋਲ ਖੜ੍ਹ ਕੇ ਅਤੇ ਮੂਲ ਮੰਤਰ ਦਾ, ਗੁਰਮੰਤਰ ਦਾ ਜਾਂ ਜਪਜੀ ਸ੍ਰੀ ਜਪਜੀ ਸਾਹਿਬ ਦਾ ਪਾਠ ਹੋਵੇ ਅਤੇ ਸਮਝ ਲਈ ਇਹ ਸਿੱਖ ਦਾ ਘਰ ਆ। ਗੱਜ ਕੇ ਬੋਲੋ। ਅਤੇ ਹੁਣ ਜਿਹੜੇ ਦਿਨ ਰਾਤ ਬੋਤਲਾਂ ਪੀ ਜਾਂਦੇ, ਉਹਨਾਂ ਨੂੰ ਕਿਹਦਾ ਘਰ ਕਹਾਂਗੇ? ਕਿਹਦਾ ਘਰ ਕਹਾਂਗੇ? ਬਸ ਠੀਕ ਆ, ਤੈਂ ਤਾਂ ਸਰਟੀਫਿਕੇਟ ਦੇ ਦਿੱਤਾ ਬਈ। ਸੋ ਇਸ ਵਾਸਤੇ ਸਾਧ ਸੰਗਤ ਜੀ, ਉਹ ਕਹਿੰਦੇ ਪਤਾ ਲਓ। ਉਹ ਹੁਣ CID ਵਾਲੇ ਹਰ ਲਾਲ ਘੁੰਮਦੇ ਨਾਲ ਫੌਜ ਘੁੰਮ ਰਹੀ ਹੈ, ਸ਼ਸਤਰ ਫੜੇ ਹੋਏ, ਡੋਲ ਖੜ੍ਹ ਕੇ ਆ, ਬੂਹਾ ਖੜਕਾਇਆ, ਬੂਹਾ ਖੋਲ੍ਹਿਆ ਅਤੇ ਉੱਥੇ ਸਿੰਘਣੀ ਤਿਆਰ ਪਰ ਤਿਆਰ, ਅਤੇ ਇੱਕ ਬੱਚਾ ਛੋਟਾ। ਕਹਿੰਦੇ ਕਿਹਦਾ ਘਰ ਆ? ਹੁਣ ਪਹਿਲਾਂ ਤਾਂ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਸਿੰਘ ਸਾਹਿਬ ਦਾ ਘਰ ਆ। ਕਹਿੰਦੇ ਸਿੰਘ ਸਾਹਿਬ ਕਿੱਥੇ ਆ? ਕਹਿੰਦੇ ਸਿੰਘ ਸਾਹਿਬ ਤਾਂ ਤੁਹਾਡੇ ਪੇਟ ਵਿੱਚ ਆ। ਸਿੰਘਣੀ ਇੰਨੀ ਤਿਆਰ ਪਰ ਤਿਆਰ, ਅਤੇ ਜੇ ਹੁੰਦੀ ਫੇਰ ਆਪਣੇ ਭਰਵੱਟੇ ਭੂਟੇ ਜਿਹਾ ਸਵਾਰਨ ਵਾਲੀ, ਉਹ ਤੋਂ ਤਾਂ ਕਹਿ ਨਾ ਸੁਣਾ, ਇੰਨੀ ਦਲੇਰੀ ਕਿੱਥੇ ਹੋਣੀ ਸੀ। ਉਹ ਸਾਧ ਸੰਗਤ ਜੀ ਕਹਿਣ ਲੱਗੀ ਸਿੰਘ ਸਾਹਿਬ ਤੁਹਾਡੇ ਪੇਟ ਵਿੱਚ ਆ, ਭਾਵ ਸ਼ਹੀਦ ਕਰ ਦਿੱਤੇ ਆ। ਕਹਿੰਦੇ ਬੱਚਾ ਕਿਹਦਾ? ਕਹਿੰਦੇ ਸਿੰਘ ਸਾਹਿਬ ਦਾ। ਕਹਿੰਦੇ ਬੀਬੀ ਇਹ ਗੱਲ ਨਾ ਕਹਿ, ਸਾਨੂੰ ਬਾਲਕ ਦੇਖ ਕੇ ਬੜਾ ਤਰਸ ਆ ਰਿਹਾ, ਸੂਬਾ ਬੜਾ ਜ਼ਾਲਮ, ਕੀ ਕਰੀਏ, ਡਿਊਟੀ ਦੇ ਬੰਨੇ ਆਉਨੇ ਆ, ਪੇਟ ਦਾ ਧੰਦਾ ਘੁਮਾਈ ਫਿਰਦਾ, ਜਾਇਜ਼ ਨਾਇਜ਼ ਕਰਦੇ ਆ। ਕਹਿੰਦੇ ਇਹ ਕਿਵੇਂ ਕਹਿ ਦਿਆਂ ਮੈਂ ਸਿੰਘ ਦਾ ਘਰ ਨਹੀਂ? ਕਹਿੰਦੇ ਇਹ ਵੀ ਸ਼ਹੀਦ ਹੋ ਜਾਏ, ਮੈਂ ਵੀ ਸ਼ਹੀਦ ਹੋ ਜਾ, ਇਹ ਨਹੀਂ ਕਹਿਣਾ ਵੀ ਸਿੰਘ ਦਾ ਘਰ ਨਹੀਂ। ਗੱਜ ਕੇ ਬੋਲੋ। ਇਹ ਤਾਂ ਹੈ ਉਹਨਾਂ ਲੋਕਾਂ ਦਾ ਜੀਵਨ ਜਿਨ੍ਹਾਂ ਦੇ ਅੰਦਰ ਗੁਰਸਿੱਖੀ ਆ ਗਈ। ਗੁਰਸਿੱਖੀ ਬਾਰੀਕ ਹੈ ਤਿੱਖੀ ਖੰਡੇ ਧਾਰ, ਇਹ ਬਲ ਹੋਂ ਨਿੱਕੀ। ਅਤੇ ਹੁਣ ਸਿੱਖੀ ਨੂੰ ਅਸੀਂ ਕਿਵੇਂ ਤਲਾਂਜਲੀ ਦੇਈ ਜਾਂਦੇ ਹਾਂ। ਇਸ ਵਾਸਤੇ ਗੁਰਦੁਆਰੇ ਬਣਾਉਣ ਦਾ ਪ੍ਰਯੋਜਨ, ਕਥਾ ਕੀਰਤਨ ਦਾ ਪ੍ਰਯੋਜਨ ਉਹ ਇਹ ਹੈ ਕਿ ਸਤਸੰਗਤ ਕਰਕੇ ਜਿਹੜੀਆਂ ਸਾਡੇ ਵਿੱਚ ਇਹ ਕਮੀਆਂ ਪੇਸ਼ੀਆਂ ਤਰੁੱਟੀਆਂ ਆਈਆਂ, ਇਹਨਾਂ ਨੂੰ ਤਿਆਗੋ, ਤੜਕੇ ਉੱਠੋ, ਇਸ਼ਨਾਨ ਕਰੋ, ਬਾਣੀ ਪੜ੍ਹੋ। ਜਦੋਂ ਫਿਰ ਮਨ ਦੇ ਅੰਦਰ ਪਿਆਰ ਸ਼ਰਧਾ ਭਗਤੀ ਪੈਦਾ ਹੋ ਜਾਏ, ਫਿਰ ਖੰਡੇਵਾੜ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜਾਓ ਅਤੇ ਪੂਰੇ ਨਿਤਨੇਮੀ ਪ੍ਰੇਮੀ ਬਣ ਕੇ ਗੁਰੂ ਮਹਾਰਾਜ ਖੁਸ਼ੀਆਂ ਪ੍ਰਾਪਤ ਕਰੋ। ਪਾਤਸ਼ਾਹ ਜੀ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਕਿਸੇ ਪ੍ਰਕਾਰ ਦਾ ਵਿਘਨ ਨਹੀਂ ਲੱਗਦਾ ਹੈ। ਜੋ ਸਤਿਗੁਰ ਆਪਣੇ ਰਾਖੇ। ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪਣੇ ਬਣਾ ਕੇ ਰੱਖ ਲਿਆ। ਸਿੰਘਣੀਆਂ ਗ੍ਰਿਫਤਾਰ ਕਰ ਲਈਆਂ, ਸਵਾ ਮਣ ਕਣਕ ਦੇਤੀ, ਚੱਕੀ ਨਾ ਪੀਣ। ਇਸ ਕਰਕੇ ਸਾਧ ਸੰਗਤ ਜੀ ਫਿਰ ਉਹ ਸਿੰਘਣੀਆਂ ਪੀਸੇ ਚਾਬਕਾਂ ਦੀ ਮਾਰ ਪੈਂਦੀ ਹੈ, ਖਾਣ ਪੀਣ ਨੂੰ ਦਿੰਦੇ ਕੁਝ ਨਹੀਂ।
ਗੋਦੀ ਦੇ ਬੱਚੇ ਕੱਢ ਕੱਢ ਕੇ ਕਿਸ ਤਰ੍ਹਾਂ ਸ਼ਹੀਦ ਕਰਕੇ ਆਂਦਰਾਂ ਟੁੱਕ ਟੁੱਕ ਕੇ ਉਹਨਾਂ ਦੇ ਗਲਾਂ 'ਚ ਪਾ ਦਿੱਤੀਆਂ। ਇੱਥੇ ਬਸ ਨਹੀਂ, ਕਾਜੀ ਮੌਲਵੀ ਬੁਲਾ ਲੈ, ਜਿਹੜੇ ਇਹਨਾਂ ਦੇ ਹਮ ਉਮਰ ਪਠਾਨ ਮੁਗਲਿਆ, ਉਹਨਾਂ ਨੇ ਇਹਨਾਂ ਦੇ ਨਿਕਾਹ ਪੜਾ ਦਿਓ। ਅਤੇ ਜਦੋਂ ਇਹੋ ਜਿਹਾ ਹਾਲ ਬਣ ਜਾਏ, ਉਸ ਵੇਲੇ ਸਹਾਇਤਾ ਕੋਈ ਕਰ ਸਕਦਾ ਤੇ ਪੂਰਾ ਗੁਰੂ ਹੀ ਕਰ ਸਕਦਾ, ਪੂਰਾ ਗੁਰੂ ਕਰ ਸਕਦਾ। ਗੁਰਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਸੂਬਾ ਕਹਿੰਦਾ ਹੁਣ ਦੱਸੋ ਉਹ ਕਿੱਥੇ ਗਿਆ ਸਿੱਖੜੇ ਤੁਹਾਡੇ ਪੁੱਠਿਆਂ ਵਾਲਾਂ ਵਾਲੇ, ਕਿੱਥੇ ਆ ਕਲਗੀਆਂ ਵਾਲਾ ਤੁਹਾਡਾ? ਉਹ ਕਹਿੰਦੇ ਕਲਗੀਆਂ ਵਾਲਾ ਸਾਡੇ ਨਾਲ ਆ। ਆ ਲਓ ਪੜ੍ਹ ਲਓ। ਤੀਰ ਕਮਾਨਾਂ ਵਾਲੇ ਆਓ, ਸੋਹਣੀ ਕਲਗੀ ਵਾਲੇ ਆਓ, ਵਾਲੇ ਆਓ, ਸੋਹਣੀ ਕਲਗੀ ਵਾਲੇ ਆਓ। ਚਿੱਟੀਆਂ ਬਾਜਾਂ ਵਾਲੇ ਆਓ, ਨੀਲੇ ਘੋੜੇ ਵਾਲੇ ਆਓ, ਚਿੱਟੀਆਂ ਬਾਜਾਂ ਵਾਲੇ ਆਓ, ਨੀਲੇ ਘੋੜੇ ਵਾਲੇ ਆਓ। ਤੀਰ ਕਮਾਨਾਂ ਵਾਲੇ ਆਓ, ਸੋਹਣੀ ਕਲਗੀ ਵਾਲੇ ਆਓ, ਤੀਰ ਕਮਾਨਾਂ ਵਾਲੇ ਆਓ, ਸੋਹਣੀ ਕਲਗੀ ਵਾਲੇ ਆਓ। ਚਿੱਟੀਆਂ ਬਾਜਾਂ ਵਾਲੇ ਆਓ, ਨੀਲੇ ਘੋੜੇ ਵਾਲੇ ਆਓ, ਚਿੱਟੀਆਂ ਬਾਜਾਂ ਵਾਲੇ ਆਓ, ਨੀਲੇ ਘੋੜੇ ਵਾਲੇ ਆਓ। ਬਸ ਅਰਦਾਸ ਕੀਤੀ। ਤੇ ਮੀਰ ਮਨੂੰ ਸ਼ਿਕਾਰ ਦਾ ਪ੍ਰੇਮੀ ਸੀ, ਮਾਸ ਖਾਣ ਦਾ ਲੱਚ ਸੀ। ਜਿਲੇ ਘੋੜਾ ਦੜਾਇਆ, ਇਹਨਾਂ ਨੂੰ ਹੁਕਮ ਚਾੜ ਕੇ ਬਸ ਇੱਲ ਜਿਹੜੀ ਸੀ ਮੱਥੇ 'ਚ ਵੱਜੀ ਤੇ ਲਗਾਮ ਛੁੱਟ ਗਈ, ਘੋੜੇ ਤੋਂ ਬੁੜਕ ਕੇ ਡੇਪਿਆ, ਪੈਰ ਲਗਾਮ 'ਚ ਫਸਿਆ ਰਿਹਾ। ਘੋੜਾ ਜਿਉਂ ਸਰਪੱਟ ਦੌੜਾ, ਬੋਟੀ ਬੋਟੀ ਕਰਕੇ ਮਾਰਤਾ। ਕਹਿੰਦੇ ਹੈਗਾ ਗੁਰੂ ਗੋਬਿੰਦ ਸਿੰਘ, ਉਹ ਹੈਗਾ, ਪਰ ਸਾਡਾ ਸਿਦਕ ਨਹੀਂ ਰਹਿ ਗਿਆ। ਜਿਨ੍ਹਾਂ ਦਾ ਸਿਦਕ ਆ ਉਹਨਾਂ ਵਾਸਤੇ ਮਹਾਰਾਜ ਹਰ ਵੇਲੇ ਹਾਜ਼ਰ ਨਾਜ਼ਰ ਹਨ। ਉਹ ਆਪਣੇ ਪਿਆਰਿਆਂ ਦੀ ਰੱਖਿਆ ਕਰਦੇ ਹਨ। ਚਰਨ ਕਮਲ ਵਸੇ ਰਿਦੁ ਅੰਤਰ, ਜਿਨ੍ਹਾਂ ਦੇ ਮਨ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਦਾ ਨਿਵਾਸ ਹੋ ਗਿਆ ਹੈ। ਅੰਮ੍ਰਿਤ ਹਰ ਰਸ ਚਾਖੇ, ਉਹ ਅੰਮ੍ਰਿਤ ਜੋ ਹਰੀ ਦੇ ਨਾਮ ਦਾ ਰਸ ਸਵਾਦ ਹੈ, ਮੌਤ ਤੋਂ ਰਹਿਤ ਕਰਨ ਵਾਲਾ ਇਸ ਅੰਮ੍ਰਿਤ ਸਵਾਦ ਨੂੰ ਚੱਖ ਲੈਂਦੇ ਹਨ। ਕਰ ਸੇਵਾ ਸੇਵਕ ਪ੍ਰਭੂ ਆਪਣੇ, ਜਿਨ੍ਹਾਂ ਨੇ ਸੇਵਕ ਬਣ ਕੇ ਆਪਣੇ ਪ੍ਰਭੂ ਦੀ ਸੇਵਾ ਕੀਤੀ ਹੈ। ਜਿਨ ਮਨ ਕੀ ਇੱਛ ਪੁਜਾਈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਉਹਨਾਂ ਦੇ ਮਨ ਦੀਆਂ ਤਮਾਮ ਇੱਛਾ ਪੂਰੀਆਂ ਕਰ ਦਿੱਤੀਆਂ ਹਨ। ਨਾਨਕ ਦਾਸ ਤਾਂ ਕੈ ਬਲਿਹਾਰੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਦਾ ਸਿਧਾਂਤ ਪ੍ਰਗਟ ਹੋਏ ਕਿਰਪਾ ਕਰਦੇ ਹਨ। ਅਸੀਂ ਉਹਨਾਂ ਦਾਸਾਂ ਤੋਂ ਬਲਿਹਾਰ ਜਾਂਦੇ ਹਾਂ। ਜਿਨ ਪੂਰਨ ਪੈਜ ਰਖਾਈ, ਜਿਨ੍ਹਾਂ ਦੀ ਸਤਿਗੁਰ ਸੱਚੇ ਪਾਤਸ਼ਾਹ ਨੇ ਪੂਰੇ ਤੌਰ ਤੇ ਲਾਜ ਰੱਖ ਲਈ। ਕਿਸੇ ਪ੍ਰਕਾਰ ਦਾ ਸੰਕਟ, ਕਿਸੇ ਪ੍ਰਕਾਰ ਦਾ ਵਿਘਨ ਉਹਨਾਂ ਨੂੰ ਆਉਣ ਨਹੀਂ ਦਿੱਤਾ। ਤੇ ਬਾਬਾ ਜਵਾਲਾ ਸਿੰਘ ਮਹਾਰਾਜ ਆਉਂਦੇ ਸੀ, ਉਹ ਪਠਾਨ, ਕਹਿੰਦੇ ਫੜ ਲਓ ਵੀ। ਮਹਾਰਾਜ ਕਹਿੰਦੇ ਸਾਡੇ ਕੋਲ ਸਰਬਲੋਹ ਦਾ ਗੜਬਲ ਸੀ, ਤੇ ਅਸੀਂ ਕਹਿੰਦੇ ਉਹ ਜਿਹੜਾ ਹਜੂਰੀਆ ਸੀ ਨਾ, ਉਹ ਪਾ ਕੇ ਕੁੰਡੇ ਵਿੱਚ ਘੁਮਾਇਆ। ਕਹਿੰਦੇ ਕੌਣ ਆ? ਮਹਾਰਾਜ ਕਹਿੰਦੇ ਅਸੀਂ ਕਿਹਾ ਵੀ ਮੈਂ ਹਰੀ ਸਿੰਘ ਨਲੂਆ। ਕਹਿੰਦੇ ਉਹ ਤਾਂ ਸ਼ਹੀਦ ਹੋ ਗਿਆ। ਕਹਿੰਦੇ ਉਹਦੇ ਭਰਾ ਹਲੇ ਜਿਉਂਦੇ ਆ। ਉਹ ਗੜਬੇ ਨੇ ਸਾਰੇ ਪਠਾਨ ਦੜਾਤੇ ਹੈ। ਸਰੋ ਲੋਹਾ ਗੜਵਾ ਮਹਾਂਪੁਰਸ਼ਾਂ ਕੋ, ਕਿਉਂਕਿ 6 ਫੁੱਟ 2 ਇੰਚ ਲੰਬੇ ਜਵਾਨ ਸੀ। ਕਹਿਣ ਲੱਗੇ ਅਸੀਂ ਕਿਹਾ ਵੀ ਹਰੀ ਸਿੰਘ ਨਲੂਆ। ਕਹਿੰਦੇ ਸ਼ਹੀਦ ਹੋ ਗਿਆ। ਕਹਿੰਦੇ ਉਹਦੇ ਭਰਾ ਜਿਉਂਦੇ ਆ ਹਲੇ। ਗੜਵਾ ਆਇਆ, ਸਾਹ ਘੁਮਾਇਆ, 2 ਚੰਨ ਟੋਟਰ ਭੰਨੇ, ਸਾਰੇ ਭੱਜ ਗਏ। ਇਸ ਕਰਕੇ ਹੈ ਇਹ ਹੈ ਸਿੰਘ ਵਿਰਤੀ, ਸੰਤ ਵਿਰਤੀ, ਸਿਪਾਹੀ ਵਿਰਤੀ। ਇਹ ਮਹਾਰਾਜ ਨੇ ਰਾਜ ਰਿਸ਼ੀਆਂ, ਸੰਤ ਸਿਪਾਹੀਆਂ ਦਾ ਇਹ ਧਰਮ ਬਣਾਇਆ। ਇਸ ਕਰਕੇ ਬਾਣੀ ਪੜ੍ਹ ਕੇ ਸੰਤ ਵੀ ਬਣਨਾ, ਸ਼ਸਤਰਧਾਰੀ ਹੋ ਕੇ ਸਿਪਾਹੀ ਵੀ ਬਣਨਾ, ਸੂਰਮੇ ਵੀ ਬਣਨਾ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸੋ ਸ਼੍ਰੀਮਾਨ ਸੰਤ ਬਾਬਾ ਜੋਗਿੰਦਰ ਸਿੰਘ ਡਮੇਲੀ ਵਾਲੇ ਤਥਾ ਸਹਿਯੋਗ ਵਾਲੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਔਰ ਸਿੱਖ ਚੈਨਲ ਵਾਲੇ ਗੁਰਮੁਖ ਪਿਆਰੇ, ਇਹਨਾਂ ਦਾ ਵੀ ਧੰਨਵਾਦ ਹੈ, ਕਿਉਂਕਿ ਫਿਰ ਜਦੋਂ ਆਈਏ ਉਦਮ ਕਰਦੇ ਹੀ ਹੈ। ਉਦਮ ਕੀਤਾ ਇਹਨਾਂ ਨੇ, ਇਹਨਾਂ ਦਾ ਵੀ ਧੰਨਵਾਦ ਹੈ ਕਿ ਸੰਗਤਾਂ ਨੂੰ ਘਰ ਬੈਠਿਆਂ ਹੀ ਇਹ ਗੁਰਬਾਣੀ ਦਾ ਜੋ ਉਪਦੇਸ਼ ਹੈ ਸਰਵਣ ਕਰਾਉਂਦੇ ਹੈ।
ਕਿਉਂ ਅੱਜ ਯੁੱਗ ਹੈ ਮੀਡੀਆ ਦਾ, ਅਤੇ ਮੀਡੀਆ 'ਚ ਐਸੀਆਂ ਗੱਲਾਂ ਵੀ ਹੈ ਜੋ ਸਾਡੀ ਮਰਜ਼ਾਦਾ ਦਾ ਘਾਤ ਕਰਨ ਵਾਲੀਆਂ ਵੀ ਹੈ। ਪਰ ਜਿਹੜੇ ਗੁਰਮੁਖ ਪਿਆਰੇ ਗੁਰਬਾਣੀ ਗੁਰੂ ਦੇ ਇਤਿਹਾਸ ਨੂੰ ਪ੍ਰਗਟ ਕਰਕੇ ਸੁਣਾਉਂਦੇ ਹੈ, ਉਹਨਾਂ ਦਾ ਵੀ ਧੰਨਵਾਦ ਹੈ। ਆਈ ਸੰਗਤ ਨੂੰ ਜੀ ਆਇਆਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਖਾਲਸਾ ਪੰਥ ਵਿੱਚ ਏਕਤਾ ਇਤਫਾਕ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਅਤੇ ਮਹਾਰਾਜ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨ, ਏਕਤਾ ਇਤਫਾਕ ਪਿਆਰ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਪ ਜੀ ਦਾ ਫੇਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਮਾਨਯੋਗ